ਆਪ ਜੀ ਨੂੰ ਪਤਾ ਹੈ ਕਿ ਆਪਾਂ ਐਤਵਾਰ ਵਾਲੇ ਦਿਨ ਗੁਰਬਾਣੀ ਸਿਰਲੇਖ ਅਤੇ ਨੌਵੇਂ ਪਾਤਸ਼ਾਹ ਜੀ ਦੀ ਪਵਿੱਤਰ ਬਾਣੀ ਉਸ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਉਸੇ ਹੀ ਲੜੀ ਦੇ ਤਹਿਤ ਅੱਜ ਆਪਾਂ ਗੁਰਬਾਣੀ ਦੇ ਸਿਰਲੇਖਾਂ ਤੇ ਵਿਚਾਰ ਕਰਨੀ ਹੈ। ਗੁਰਬਾਣੀ ਦੇ ਸਿਰਲੇਖ ਵਿਚਾਰਨ ਤੋਂ ਪਹਿਲਾਂ ਇੱਕ ਸਵਾਲ ਜੋ ਕਿਸੇ ਵੱਲੋਂ ਭੇਜਿਆ ਗਿਆ ਉਹਦੇ ਤੇ ਵਿਚਾਰ ਕਰਨਾ ਜ਼ਰੂਰੀ ਸਮਝਦਾ ਹਾਂ। ਉਸ ਤੋਂ ਬਾਅਦ ਆਪਾਂ ਗੁਰਬਾਣੀ ਦੇ ਸਿਰਲੇਖਾਂ ਦੀ ਵਿਚਾਰ ਕਰਾਂਗੇ। ਸਵਾਲ ਇਹ ਸੀ ਜੋ ਤੁਸੀਂ ਵੀ ਬਹੁਤ ਵਾਰੀ ਸੁਣਿਆ ਹੋਵੇਗਾ ਤੇ ਸ਼ਾਇਦ ਆਪਾਂ ਸਾਰਿਆਂ ਹੀ ਕਿਸੇ ਨਾ ਕਿਸੇ ਨੂੰ ਇਹ ਗੱਲ ਪੁੱਛੀ ਵੀ ਹੋਵੇ, ਸ਼ਾਇਦ ਤੁਹਾਨੂੰ ਪਤਾ ਵੀ ਹੋਵੇ ਦਾ ਜਵਾਬ ਕੀ ਹੈ। ਵੀ ਸਾਰੇ ਮਹਾਂਪੁਰਸ਼, ਸਾਰੇ ਗੁਰੂ ਜਨ ਇਹ ਗੱਲ ਆਖਦੇ ਨੇ ਕਿ ਪਰਮਾਤਮਾ ਸਾਡੇ ਸਰੀਰ ਵਿੱਚ ਵਸਦਾ ਹੈ, ਤੇ ਉਹ ਕਿਹੜੀ ਜਗ੍ਹਾ ਹੈ ਜਿੱਥੇ ਪਰਮਾਤਮਾ ਦਾ ਟਿਕਾਣਾ ਹੈ ਸਾਡੇ ਸਰੀਰ ਦੇ ਅੰਦਰ। ਇਹ ਹੈ ਸਵਾਲ। ਜਿਹੜਾ ਇਸ ਦਾ ਜਵਾਬ ਹੈ ਆਪਾਂ ਇਤਿਹਾਸ ਵਿੱਚੋਂ ਵੀ ਸਮਝ ਸਕਦੇ ਹਾਂ ਤੇ ਗੁਰਬਾਣੀ ਵਿੱਚ ਵੀ ਗੁਰੂ ਮਹਾਰਾਜ ਨੇ ਦਿੱਤਾ ਹੋਇਆ ਹੈ। ਆਪਾਂ ਇਸ ਨੂੰ ਸਮਝਦੇ ਹਾਂ। ਗੁਰੂ ਨਾਨਕ ਸਾਹਿਬ ਬਗਦਾਦ ਵਿੱਚ ਗਏ ਸਨ। ਉੱਥੇ ਉਹਨਾਂ ਦੀ ਵਾਰਤਾਲਾਪ ਜਿਹੜੀ ਉਹ ਪੀਰ ਦਸਤਗੀਰ ਨਾਲ ਹੋਈ ਸੀ। ਉਹਨੇ ਬਹੁਤ ਸਾਰੇ ਸਵਾਲ ਕੀਤੇ ਸਨ। ਉਹਦੇ ਬਹੁਤ ਸਾਰੇ ਸਵਾਲਾਂ ਵਿੱਚੋਂ ਇੱਕ ਸਵਾਲ ਇਹ ਸੀ ਕਿ ਪਰਮਾਤਮਾ ਜੇ ਸਾਡੇ ਸਰੀਰ ਵਿੱਚ ਹੈ ਤੇ ਉਹ ਕਿਹੜੀ ਜਗ੍ਹਾ ਤੇ ਆ, ਅਸੀਂ ਕਿੱਥੋਂ ਉਹਦੀ ਭਾਲ ਕਰੀਏ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ, ਪੀਰ ਜੀ ਤੁਸੀਂ ਇੱਕ ਦੁੱਧ ਦਾ ਕਟੋਰਾ ਮੰਗਵਾਓ ਤੇ ਮੈਂ ਤੁਹਾਡੇ ਸਵਾਲ ਦਾ ਜਵਾਬ ਦਿਆਂਗਾ। ਦੁੱਧ ਦਾ ਕਟੋਰਾ ਆ ਗਿਆ। ਗੁਰੂ ਨਾਨਕ ਸਾਹਿਬ ਨੇ ਪੀਰ ਜੀ ਨੂੰ ਇੱਕ ਗੱਲ ਪੁੱਛੀ। ਆਖਣ ਲੱਗੇ, ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਦੁੱਧ ਦੇ ਵਿੱਚ ਮੱਖਣ ਜਾਂ ਘਿਓ ਹੈਗਾ ਏ? ਪੀਰ ਜੀ ਆਖਣ ਲੱਗੇ, ਬਿਲਕੁਲ, ਕਿਉਂ ਨਹੀਂ, ਇਹਦੇ ਤੇ ਕਣ ਕਣ ਵਿੱਚ ਸਮਾਇਆ ਹੋਇਆ ਘਿਓ ਜਾਂ ਮੱਖਣ, ਜੋ ਵੀ ਨਾਂ ਦੇ ਲਓ, ਵੀ ਦੁੱਧ ਦਾ ਕੋਈ ਕਣ ਖਾਲੀ ਨਹੀਂ ਜਿਹਦੇ ਵਿੱਚ ਘਿਓ ਜਾਂ ਮੱਖਣ ਨਾ ਹੋਵੇ। ਗੁਰੂ ਨਾਨਕ ਸਾਹਿਬ ਨੇ ਆਖਿਆ, ਬਸ ਇਹ ਤੇਰੇ ਸਵਾਲ ਦਾ ਜਵਾਬ ਤੂੰ ਆਪ ਹੀ ਦਿੱਤਾ ਹੈ ਵੀ ਇਹ ਸਾਡੇ ਸਰੀਰ ਦਾ ਐਸਾ ਕੋਈ ਕਣ ਨਹੀਂ, ਐਸਾ ਕੋਈ ਰੋਮ ਨਹੀਂ ਜਿਹਦੇ ਵਿੱਚ ਪਰਮਾਤਮਾ ਨਾ ਵਸਿਆ ਹੋਇਆ ਹੋਵੇ। ਸੋ ਫਿਰ ਲੱਭਣ ਜਾਣ ਲਈ ਕਿਤੇ ਵੀ ਬਾਹਰ ਨਹੀਂ ਜਾਣਾ, ਔਰ ਨਾ ਹੀ ਕੋਈ ਇਹੋ ਜਿਹਾ ਟਿਕਾਣਾ ਹੈ ਜਿੱਥੇ ਅਸੀਂ ਜਾ ਕੇ ਰੱਬ ਨੂੰ ਲੱਭਣਾ ਹੈ ਤੇ ਉਹ ਸਾਨੂੰ ਉੱਥੇ ਮਿਲ ਪਵੇਗਾ। ਇਹੋ ਜਿਹੀ ਕੋਈ ਗੱਲ ਨਹੀਂ। ਲੇਕਿਨ ਗੁਰਬਾਣੀ ਵਿੱਚ ਤੇ ਮਹਾਂਪੁਰਸ਼ਾਂ ਦੁਆਰਾ ਜਿਹੜੀ ਗੱਲ ਸਮਝ ਆਉਂਦੀ ਏ ਉਹ ਇਹ ਹੈ ਕਿ ਸਾਡੇ ਸਰੀਰ ਦੇ ਬਿਲਕੁਲ ਉੱਪਰੀ ਭਾਗ ਵਿੱਚ, ਜਿਸ ਨੂੰ ਆਪਾਂ ਦਸਮ ਦੁਆਰ ਆਖਦੇ ਹਾਂ, ਮਨੁੱਖ ਨੂੰ ਉਸ ਪਾਸੇ ਆਪਣੀ ਸੁਰਤ ਲਿਜਾਣੀ ਚਾਹੀਦੀ ਏ। ਹੌਲੀ ਹੌਲੀ ਜਿਵੇਂ ਸੁਰਤ ਉਸ ਪਾਸੇ ਨੂੰ ਜਾਏਗੀ, ਸੁਰਤ ਦਾ ਟਿਕਾਅ ਬਣੇਗਾ ਤੇ ਉਸ ਟਿਕਾਅ ਵਿੱਚੋਂ ਰੱਬ ਦੇ ਦਰਸ਼ਨ ਹੁੰਦੇ ਨੇ, ਨਾ ਕਿ ਕਿਸੇ ਹੋਰ ਥਾਂ ਤੋਂ। ਸਾਡਾ ਮਨ ਜਦੋਂ ਹੀ ਟਿਕ ਜਾਏ, ਜ਼ਰੂਰੀ ਨਹੀਂ ਕਿ ਉਹ ਦਸਵੇਂ ਦੁਆਰ ਵਿੱਚ ਜਾ ਕੇ ਟਿਕੇ ਜਾਂ ਕਿਸੇ ਹੋਰ ਜਗ੍ਹਾ ਤੇ ਟਿਕੇ। ਜਦੋਂ ਵੀ ਸਾਡਾ ਮਨ ਟਿਕੇਗਾ, ਇਹ ਨਿਰਵਿਚਾਰ ਹੋਏਗਾ, ਜੋ ਕੁਝ ਬਾਕੀ ਹੋਏਗਾ ਉਹ ਪਰਮਾਤਮਾ ਹੀ ਹੋਏਗਾ। ਬਸ ਮਨ ਦਾ ਨਿਰਵਿਚਾਰ ਹੋਣਾ ਹੀ
ਪਰਮਾਤਮਾ ਦਾ ਦਰਸ਼ਨ ਕਰਨਾ ਹੈ। ਸੋ ਇਸ ਗੱਲ ਨੂੰ ਗੁਰਬਾਣੀ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਨੇ ਇਸ ਤਰ੍ਹਾਂ ਸਾਨੂੰ ਸਮਝਾਇਆ ਹੈ। ਉਹਨਾਂ ਨੇ ਇਹ ਦੋ ਉਦਾਹਰਨਾਂ ਲਈਆਂ ਨੇ ਬਾਹਰੋਂ, ਇਸ ਕੁਦਰਤ ਵਿੱਚੋਂ। ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਕੀਆ, ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਜਿੰਨੀ ਅਸੀਂ ਵਨਸਪਤੀ ਵੇਖਦੇ ਹਾਂ ਬਾਹਰ, ਫੁੱਲ ਬੂਟੇ ਵੇਖਦੇ ਹਾਂ, ਇਹਨਾਂ ਸਭਨਾਂ ਦੇ ਵਿੱਚ ਅੱਗ ਮੌਜੂਦ ਹੈ, ਜਿਸ ਨੂੰ ਬੈਸੰਤਰ ਲਿਖਿਆ ਹੈ, ਪਰ ਸਾਨੂੰ ਨਜ਼ਰ ਨਹੀਂ ਆਉਂਦੀ। ਪਰ ਲੱਕੜੀ ਦੇ ਹਰ ਇੱਕ ਇੱਕ ਕਣ ਵਿੱਚ ਅੱਗ ਮੌਜੂਦ ਹੈ। ਦੂਸਰੀ ਉਹਨਾਂ ਨੇ ਉਦਾਹਰਨ ਲਈ ਹੈ, ਸਗਲ ਦੂਧ ਮਹਿ ਕੀਆ। ਦੁੱਧ ਕੋਈ ਵੀ ਹੋਵੇ, ਕਿਸੇ ਪ੍ਰਕਾਰ ਦਾ ਹੋਵੇ, ਉਹਦੇ ਵਿੱਚ ਘਿਓ ਹੁੰਦਾ ਹੈ ਤੇ ਉਹਦੇ ਵੀ ਕਣ ਕਣ ਵਿੱਚ ਸਮਾਇਆ ਹੁੰਦਾ ਹੈ। ਸੋ ਇਹ ਦੋ ਉਦਾਹਰਨਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਲੈ ਕੇ ਸਾਨੂੰ ਇਹ ਦੱਸਣ ਦਾ ਯਤਨ ਕੀਤਾ ਹੈ ਕਿ ਇਸ ਤਰ੍ਹਾਂ ਊਚ ਨੀਚ ਮਹਿ ਜੋਤ ਸਮਾਣੀ, ਘਟ ਘਟ ਮਾਧੋ ਜੀਆ। ਚਾਹੇ ਕੋਈ ਬੰਦਾ ਉੱਚੀ ਜਾਤੀ ਨਾਲ ਸੰਬੰਧ ਰੱਖਦਾ ਹੈ, ਚਾਹੇ ਕੋਈ ਕਹੀ ਜਾਂਦੀ ਨੀਵੀਂ ਜਾਤੀ ਨਾਲ ਸੰਬੰਧ ਰੱਖਦਾ ਹੈ। ਵੈਸੇ ਗੁਰਮਤਿ ਨੇ ਊਚ ਨੀਚ ਦੇ ਭੇਦਭਾਵ ਨੂੰ ਖਤਮ ਕੀਤਾ ਹੋਇਆ ਹੈ, ਲੇਕਿਨ ਦੁਨੀਆ ਵਿੱਚ ਅਜੇ ਵੀ ਇਹ ਚੱਲਦਾ ਹੈ। ਪੁਰਾਣੇ ਸਮੇਂ ਵਿੱਚ ਭਾਰਤ ਦੇ ਅੰਦਰ ਸਭ ਤੋਂ ਉੱਚੀ ਜਾਤੀ ਬ੍ਰਾਹਮਣ ਆਪਣੇ ਆਪ ਨੂੰ ਮੰਨਦਾ ਸੀ ਤੇ ਸਭ ਤੋਂ ਨੀਵੀਂ ਮਨੁੱਖਤਾ ਦੀ ਜਾਤੀ ਉਹ ਸ਼ੂਦਰ ਨੂੰ ਮੰਨਦਾ ਸੀ। ਜਦੋਂ ਕਿ ਨਾ ਕੋਈ ਬ੍ਰਾਹਮਣ ਹੁੰਦਾ, ਨਾ ਕੋਈ ਸ਼ੂਦਰ ਹੁੰਦਾ, ਉਹ ਤੇ ਕਰਮ ਸਨ ਉਹਨਾਂ ਦੇ। ਜਿਹੋ ਜਿਹਾ ਕੋਈ ਕੰਮ ਕਰਦਾ ਹੈ, ਉਹੋ ਜਿਹਾ ਉਸ ਦਾ ਨਾਂ ਪੈ ਜਾਂਦਾ ਹੈ। ਮਨੁੱਖ ਨਹੀਂ, ਨਾ ਬ੍ਰਾਹਮਣ ਤੇ ਨਾ ਸ਼ੂਦਰ। ਊਚ ਨੀਚ ਮਹਿ ਜੋਤ ਸਮਾਣੀ, ਚਾਹੇ ਕੋਈ ਆਪਣੇ ਆਪ ਨੂੰ ਬ੍ਰਾਹਮਣ ਅਖਵਾਉਂਦਾ ਹੋਵੇ ਤੇ ਚਾਹੇ ਕਿਸੇ ਨੂੰ ਕੋਈ ਸ਼ੂਦਰ ਆਖਦਾ ਹੋਵੇ, ਸਭਨਾਂ ਵਿੱਚ ਇੱਕ ਜੋਤ ਸਮਾਈ ਹੋਈ ਹੈ, ਪਰਮਾਤਮਾ ਦੀ, ਵਾਹਿਗੁਰੂ ਜੀ ਦੀ, ਰਾਮ ਦੀ, ਅੱਲਾ ਦੀ। ਘਟ ਘਟ ਮਾਧੋ ਜੀਆ। ਮਾਧੋ ਦਾ ਮਤਲਬ ਹੁੰਦਾ ਮਾਇਆ ਦਾ ਪਤੀ ਮਾਧਵ। ਉਹ ਹਰ ਸਰੀਰ ਵਿੱਚ ਮੌਜੂਦ ਹੈ ਤੇ ਹਰ ਸਰੀਰ ਵਿੱਚ ਇਸ ਤਰ੍ਹਾਂ ਮੌਜੂਦ ਹੈ ਜਿਵੇਂ ਲੱਕੜੀ ਦੇ ਹਰ ਰੇਸ਼ੇ ਵਿੱਚ ਅੱਗ ਏ ਤੇ ਦੁੱਧ ਦੇ ਹਰ ਕਣ ਵਿੱਚ ਘਿਓ ਏ। ਇਸ ਤਰ੍ਹਾਂ ਰੱਬ ਜੀ ਸਾਡੇ ਸਭਨਾਂ ਵਿੱਚ ਸਮਾਏ ਹੋਏ ਨੇ। ਸੋ ਮੇਰਾ ਖਿਆਲ ਏ ਜਿਨ੍ਹਾਂ ਨੇ ਸਵਾਲ ਕੀਤਾ ਸੀ ਉਹਨਾਂ ਨੂੰ ਜਵਾਬ ਜ਼ਰੂਰ ਮਿਲ ਗਿਆ ਹੋਏਗਾ। ਜੇ ਨਾ ਵੀ ਮਿਲਿਆ ਹੋਵੇ ਤੇ ਬਈ ਤੁਸੀਂ ਹੋਰ ਵੀ ਕਿਸੇ ਨੂੰ ਪੁੱਛ ਸਕਦੇ ਹੋ। ਇਹਦੀ ਹੋਰ ਵੀ ਘੋਖ ਪੜਤਾਲ ਆਪ ਵੀ ਤੁਸੀਂ ਗੁਰਬਾਣੀ ਰਾਹੀਂ, ਮਹਾਂਪੁਰਸ਼ਾਂ ਦੀ ਬਾਣੀ ਰਾਹੀਂ ਕਰ ਸਕਦੇ ਹੋ, ਕੋਈ ਹਰਜ ਨਹੀਂ। ਲੇਕਿਨ ਯਤਨ ਕਰਨਾ ਸਾਡਾ ਫਰਜ਼ ਹੈ। ਆਪਾਂ ਯਤਨ ਕੀ ਕਰਨਾ ਹੈ? ਆਪਣੇ ਮਨ ਨੂੰ ਇਕਾਗਰ ਕਰਨਾ, ਹੋਰ ਕੁਝ ਨਹੀਂ ਕਰਨਾ। ਆਪਾਂ ਅੱਜ ਦੇ ਜਿਹੜੇ ਸਿਰਲੇਖ ਪੜ੍ਹਨੇ ਨੇ ਉਹਨਾਂ ਵਿੱਚ ਵੀ ਇਹ ਬਚਨ ਆਏ ਹੋਏ ਨੇ ਕਿ ਸਾਨੂੰ ਕੇਵਲ ਤੇ ਕੇਵਲ ਆਪਣੇ ਮਨ ਦੇ ਉੱਤੇ ਧਿਆਨ ਦੇਣਾ ਹੈ। ਮਨ ਨਾਲ ਝਗੜਾ ਨਹੀਂ ਕਰਨਾ, ਮਨ ਨਾਲ ਮੁਕਾਬਲਾ ਨਹੀਂ ਕਰਨਾ, ਮਨ ਨਾਲ ਲੜਾਈ ਨਹੀਂ ਕਰਨੀ। ਸਿਰਫ ਧਿਆਨ ਦੇਣਾ ਹੈ ਕਿੱਧਰ ਨੂੰ ਜਾਂਦਾ ਹੈ। ਜਿੱਧਰ ਜਾਂਦਾ ਹੈ ਉਹਨੂੰ ਜਾਣ ਦਿਓ, ਰੋਕਣ ਦੀ ਜ਼ਰੂਰਤ ਨਹੀਂ। ਲੇਕਿਨ ਤੁਸੀਂ ਸ਼ਬਦ ਵੱਲ ਆਪਣਾ ਧਿਆਨ ਲਿਆਓ। ਜੋ ਵੀ ਸ਼ਬਦ ਤੁਸੀਂ ਜਪਦੇ ਹੋ, ਉਸ ਸ਼ਬਦ ਵੱਲ ਆਪਣਾ ਧਿਆਨ ਲੈ ਆਓ, ਮਨ ਆਪੇ ਹੀ ਉੱਥੇ ਆ ਜਾਏਗਾ। ਇਹ ਕਿਤੇ ਨਹੀਂ ਛੱਡ ਕੇ ਆਪਾਂ ਨੂੰ ਜਾ ਸਕਦਾ। ਸੋ ਆਪਾਂ ਇੱਕੋ ਹੀ ਕਰਮ ਕਰਨਾ ਹੈ ਕਿ ਆਪਣਾ ਧਿਆਨ ਉਸ ਸਿਮਰਨ ਵਿੱਚ, ਉਸ ਜਪ ਵਿੱਚ ਰੱਖਣਾ ਜਿਹੜਾ ਆਪਾਂ ਕਰ ਰਹੇ ਹੋਈਏ। ਸੋ ਆਓ ਹੁਣ ਆਪਾਂ ਅੱਜ ਦੇ ਵਿਚਾਰ ਸ਼ੁਰੂ ਕਰਦੇ ਹਾਂ। ਜੋ ਆਪਾਂ ਸਿਰਲੇਖ ਪੜ੍ਹਨੇ ਨੇ, ਇਹ ਰਾਗ ਟੋਡੀ ਤੱਕ ਆਪਾਂ ਪਿਛਲੀ ਕਥਾ ਵਿੱਚ ਸਿਰਲੇਖ ਸਮਝ ਲਏ ਸਨ। ਅੱਜ ਦੇ 3 ਪੁਆਇੰਟਸ ਨੇ। ਰਾਗ ਬੈਰਾੜੀ ਜੋ ਪੰਨਾ ਨੰਬਰ 719 ਤੋਂ ਸ਼ੁਰੂ ਹੁੰਦਾ ਹੈ, ਰਾਗ ਤਿਲੰਗ ਜੋ ਪੰਨਾ ਨੰਬਰ 721 ਤੇ ਪ੍ਰਾਰੰਭ ਹੁੰਦਾ ਹੈ, ਤੇ ਰਾਗ ਸੂਹੀ
ਜਿਹੜਾ ਪੰਨਾ ਨੰਬਰ 728 ਤੋਂ ਸ਼ੁਰੂ ਹੁੰਦਾ ਹੈ। ਸੋ ਇਹ 3 ਪੁਆਇੰਟ ਅੱਜ ਆਪਾਂ ਲਏ ਨੇ, ਇਹਨਾਂ ਤੇ ਆਪਾਂ ਗੱਲਬਾਤ ਕਰਾਂਗੇ। ਤੇ ਗੱਲਬਾਤ ਬੜੀ ਸਰਸਰੀ ਜਿਹੀ ਹੈ ਕਿ ਇਹਨਾਂ ਤਿੰਨਾਂ ਰਾਗਾਂ ਵਿੱਚੋਂ ਜਿਹੜਾ ਪਹਿਲਾ ਸ਼ਬਦ ਗੁਰੂਆਂ ਨੇ ਲਿਖਿਆ ਹੋਇਆ ਹੈ, ਉਸ ਦੀਆਂ ਕੇਵਲ ਅਸੀਂ ਰਹਾਉ ਵਾਲੀਆਂ ਪੰਕਤੀਆਂ ਵਿਚਾਰਾਂਗੇ। ਥੋੜਾ ਜਿਹਾ ਰਾਗ ਬਾਰੇ ਸਮਝ ਕੇ ਤੇ ਫਿਰ ਰਹਾਉ ਵਾਲੀਆਂ ਪੰਕਤੀਆਂ ਜਿਹੜੀ ਇਹਨਾਂ ਤਿੰਨਾਂ ਰਾਗਾਂ ਦੇ ਪਹਿਲੇ ਸ਼ਬਦ ਵਿੱਚ ਆਈਆਂ ਨੇ, ਉਹਨਾਂ ਨੂੰ ਸਮਝਾਂਗੇ ਕਿ ਗੁਰੂ ਸਾਹਿਬ ਸਾਨੂੰ ਕੀ ਸਿੱਖਿਆ ਦਿੰਦੇ ਨੇ ਇਹਨਾਂ ਰਾਗਾਂ ਰਾਹੀਂ ਆਖੀਏ ਜਾਂ ਸ਼ਬਦਾਂ ਰਾਹੀਂ ਆਖੀਏ। ਆਓ ਪਹਿਲਾ ਵਿਚਾਰ ਅਸੀਂ ਸ਼ੁਰੂ ਕਰਦੇ ਹਾਂ। ਰਾਗ ਬੈਰਾੜੀ, ਇਹ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 13ਵਾਂ ਰਾਗ ਹੈ। ਆਪਾਂ ਸਮਝਿਆ ਹੋਇਆ ਕਿ 31 ਰਾਗ ਨੇ ਮੁੱਖ ਰੂਪ ਵਿੱਚ, ਤੇ ਉਹਦੇ ਵਿੱਚ ਕੁਛ ਮਿਲਾ ਕੇ ਗਾਉਣ ਦਾ ਆਦੇਸ਼ ਗੁਰੂ ਸਾਹਿਬ ਨੇ ਕੀਤਾ ਹੋਇਆ ਹੈ। ਸੋ ਉਹ ਰਾਗ ਕੁਛ ਮਿਲਾ ਕੇ ਵਧੇਰੇ ਬਣ ਜਾਂਦੇ ਨੇ। ਮੁੱਖ ਰੂਪ ਵਿੱਚ 31 ਰਾਗ ਨੇ। ਬੈਰਾੜੀ ਰਾਗ ਦਾ ਨੰਬਰ 13ਵਾਂ ਹੈ ਤੇ ਇਸ ਦਾ ਜਿਹੜਾ ਸਮਾਂ ਹੈ ਗਾਉਣ ਦਾ, ਦਿਨ ਦਾ ਦੂਜਾ ਪਹਿਰ ਹੈ। ਦੂਜਾ ਪਹਿਰ ਤੋਂ ਮਤਲਬ ਹੁੰਦਾ ਹੈ 9 ਵਜੇ ਤੋਂ 12 ਵਜੇ ਤੱਕ ਦਿਨ ਦੇ ਵੇਲੇ। ਸੋ ਆਪਾਂ ਇਹ ਵੀ ਕਈ ਵਾਰੀ ਗੱਲਬਾਤ ਕਰ ਚੁੱਕੇ ਹਾਂ ਜਦੋਂ ਆਪਾਂ ਰਾਗਾਂ ਦੀ ਤੇ ਸਿਰਲੇਖਾਂ ਦੀ ਗੱਲ ਕਰਦੇ ਹਾਂ, ਵੀ ਜਦੋਂ ਅਸੀਂ ਗੁਰੂ ਦਰਬਾਰ ਵਿੱਚ ਕੀਰਤਨ ਕਰਦੇ ਜਾਂ ਸੁਣਦੇ ਹਾਂ, ਉੱਥੇ ਕੋਈ ਇਸ ਤਰ੍ਹਾਂ ਨਹੀਂ ਹੁੰਦਾ ਪਾਬੰਦੀ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਹੀ ਇਹ ਪੜ੍ਹਨਾ ਹੈ। ਇਹ ਸਿਰਫ ਪਾਬੰਦੀ ਉੱਥੇ ਹੁੰਦੀ ਜਿੱਥੇ ਰਾਗ ਦਰਬਾਰ ਹੋ ਰਿਹਾ ਹੋਵੇ, ਰਾਗ ਦੇ ਉੱਤੇ ਕੋਈ ਮੁਕਾਬਲਾ ਹੋ ਰਿਹਾ ਹੋਵੇ, ਰਾਗ ਦੇ ਉੱਤੇ ਕੋਈ ਇਸ ਤਰ੍ਹਾਂ ਦੀ ਵਿਚਾਰ ਚੱਲ ਰਹੀ ਹੋਵੇ ਕਿ ਇਹਨਾਂ ਰਾਗਾਂ ਦੇ ਆਧਾਰ ਤੇ ਹੀ ਕੀਰਤਨ ਕਰਨਾ ਹੈ, ਉੱਥੇ ਇਹਨਾਂ ਸਮਿਆਂ ਦੀ ਪਾਬੰਦੀ ਹੁੰਦੀ ਹੈ। ਸੋ ਇਹ ਜਿਹੜਾ ਸ਼ਬਦ ਹੈ, ਪਹਿਲਾ ਸ਼ਬਦ ਹੈ ਗੁਰੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਸ ਬੈਰਾੜੀ ਰਾਗ ਦੇ ਅੰਦਰ, ਤੇ ਉਹਦੀਆਂ ਰਹਾਉ ਵਾਲੀਆਂ 2 ਪੰਕਤੀਆਂ ਆਪ ਜੀ ਦੇ ਸਾਹਮਣੇ ਨੇ। ਇਹਨਾਂ 2 ਪੰਕਤੀਆਂ ਵਿੱਚ ਗੁਰੂ ਜੀ ਆਖਦੇ ਨੇ, ਹੁਣ ਮਨ। ਹੁਣ ਪਹਿਲੀ ਗੱਲ ਸਮਝਣ ਵਾਲੀ ਹੈ ਕਿ ਅਸੀਂ ਮਨ ਕਰਕੇ ਕੁਝ ਸੁਣਨਾ ਹੈ, ਜੋ ਵੀ ਸੁਣਨਾ ਹੈ, ਚਾਹੇ ਕੀਰਤਨ ਸੁਣੀਏ, ਕਥਾ ਸੁਣੀਏ, ਪਾਠ ਸੁਣੀਏ। ਮੈਂ ਤੇ ਇੱਥੋਂ ਤੱਕ ਆਖਾਂਗਾ ਤੁਸੀਂ ਬਾਹਰ ਵੀ ਕਿਸੇ ਦੀ ਗੱਲਬਾਤ ਸੁਣਦੇ ਹੋ, ਉਹਨੂੰ ਮਨ ਕਰਕੇ ਸੁਣੀਏ। ਜੇ ਆਪਾਂ ਮਨ ਕਰਕੇ ਕੋਈ ਗੱਲ ਸੁਣਦੇ ਹਾਂ ਤੇ ਉਹ ਸਾਡੇ ਅੰਤਸ਼ਕਰਨ ਵਿੱਚ ਆਪਣੇ ਠੀਕ ਟਿਕਾਣੇ ਤੇ ਪਹੁੰਚ ਜਾਂਦੀ ਹੈ। ਜੇ ਆਪਾਂ ਕਿਸੇ ਵੀ ਗੱਲ ਨੂੰ ਮਨ ਕਰਕੇ ਨਹੀਂ ਸੁਣਦੇ ਤੇ ਉਹ ਗੱਲ ਐਵੇਂ ਹਵਾ ਵਿੱਚ ਚਲੀ ਜਾਂਦੀ ਏ। ਉਹ ਸਾਡੇ ਅੰਤਸ਼ਕਰਨ ਵਿੱਚ ਜਿਸ ਜਗ੍ਹਾ ਤੇ ਉਹਨੇ ਜਾ ਕੇ ਬੈਠਣਾ ਹੈ ਉੱਥੇ ਪਹੁੰਚਦੀ ਨਹੀਂ। ਮਨ ਕਰਕੇ ਸੁਣਨ ਨੂੰ ਗੁਰੂ ਜੀ ਨੇ ਬਹੁਤ ਬਾਣੀ ਵਿੱਚ ਥਾਂ ਤੇ ਸਾਨੂੰ ਇਹ ਗੱਲ ਸਮਝਾਈ ਹੈ, ਭਾਈ ਜੋ ਵੀ ਸੁਣਦੇ ਹੋ ਮਨ ਕਰਕੇ ਸੁਣੋ। ਉਂਝ ਤੁਸੀਂ ਸਾਰਿਆਂ ਨੇ ਪੜ੍ਹਿਆ ਹੀ ਹੋਣਾ, ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਜੀ ਨੇ ਇਕੱਠੀਆਂ ਹੀ 4 ਪੌੜੀਆਂ ਕੇਵਲ ਸੁਣਨ ਉੱਤੇ ਹੀ ਲਿਖੀਆਂ ਹੋਈਆਂ ਨੇ, ਵੀ ਸੁਣਨ ਨਾਲ ਹੁੰਦਾ ਕੀ ਏ। ਅਸੀਂ ਇੱਕ ਤੇ ਅਭਿਆਸ ਕਰਦੇ ਆ ਨਾ ਸਿਮਰਨ ਭਜਨ ਦਾ, ਜਾਂ ਹੋਰ ਧਾਰਮਿਕ ਕਰਮ ਕਮਾਉਂਦੇ ਆ, ਉਹਨਾਂ ਨਾਲ ਵੀ ਕੁਝ ਸਾਨੂੰ ਲਾਭ ਪ੍ਰਾਪਤ ਹੁੰਦਾ ਹੈ, ਪਰ ਸੁਣਨ ਨਾਲ ਬਹੁਤ ਵਧੇਰੇ ਲਾਭ ਪ੍ਰਾਪਤ ਹੁੰਦਾ ਹੈ। ਗੁਰੂ ਨਾਨਕ ਸਾਹਿਬ ਜੀ ਦੇ ਦੱਸਣ ਮੁਤਾਬਕ ਸੁਣਨ ਦੇ ਨਾਲ ਸਿੱਧਾਂ, ਪੀਰਾਂ, ਜੋਗੀਆਂ, ਮਹਾਂਪੁਰਸ਼ਾਂ, ਗੁਰੂਆਂ ਵਾਲੀ ਅਵਸਥਾ ਨਸੀਬ ਹੋ ਜਾਂਦੀ, ਕੇਵਲ ਸੁਣਨ ਨਾਲ। ਕੁਝ ਨਹੀਂ ਕਰਨਾ। ਜਦੋਂ ਸੁਣਨਾ ਇੰਨਾ ਧਿਆਨ ਜੋੜ ਕੇ ਸੁਣਨਾ ਹੈ ਕਿ ਮਨ ਵਿੱਚੋਂ ਨਿਕਲ ਕੇ ਇੱਧਰ ਉੱਧਰ ਨਾ ਜਾਏ, ਪੂਰਾ ਇੱਕਦਮ ਟਿਕਾ ਵਿੱਚ ਰਵੇ ਮਨ, ਤੇ ਉਸ ਨੂੰ ਕੋਈ ਵੀ ਗੱਲ ਹੋ ਰਹੀ ਉਹਨੂੰ ਸੁਣਿਆ ਜਾਏ। ਬਸ ਉਹ ਸੁਣੀ ਹੋਈ ਗੱਲ ਫਿਰ ਆਪਣੀ ਹੋ ਜਾਂਦੀ ਹੈ, ਫਿਰ ਉਹ ਬਗਾਨੀ ਨਹੀਂ ਰਹਿੰਦੀ, ਜਿਸ ਨੂੰ ਅਸੀਂ ਮਨ ਕਰਕੇ ਸੁਣ ਲਈਏ। ਸੁਣ ਮਨ। ਗੁਰੂ ਰਾਮਦਾਸ ਮਹਾਰਾਜ ਆਖਦੇ ਨੇ, ਹੇ ਮੇਰੇ ਮਨ ਸੁਣ, ਧਿਆਨ ਨਾਲ ਸੁਣ। ਤੇ ਸੁਣ ਕੀ? ਅਕਥ ਕਥਾ ਹਰ ਨਾਮ, ਪਰਮਾਤਮਾ ਦੇ ਨਾਮ ਦੀ ਉਸ ਕਥਾ ਨੂੰ ਸੁਣ ਜਿਹੜੀ ਕਥਾ ਅਕਥਨੀय ਹੈ।
ਹਰੀ ਨਾਮ ਦੀ ਕਥਾ ਜੀ ਪੂਰਨ ਤੌਰ ਤੇ ਨਹੀਂ ਕਥੀ ਜਾ ਸਕਦੀ। ਜਿਸ ਤਰ੍ਹਾਂ ਪਰਮੇਸ਼ਵਰ ਬੇਅੰਤ ਏ, ਇਸੇ ਤਰ੍ਹਾਂ ਉਸ ਦਾ ਨਾਮ ਵੀ ਬੇਅੰਤ ਏ। ਉਹਦੇ ਨਾਮ ਦੀ ਪੂਰਨ ਤੌਰ ਤੇ ਜੇ ਕੋਈ ਆਖੇ ਮੈਂ ਵਿਚਾਰ ਕਰ ਲਈਏ ਜਾਂ ਕਰ ਲਵਾਂਗਾ, ਉਹ ਭੁਲੇਖਾ ਹੀ ਏ। ਪੂਰਨ ਤੌਰ ਤੇ ਨਾ ਪ੍ਰਮਾਤਮਾ ਬਾਰੇ ਤੇ ਨਾ ਉਹਦੇ ਨਾਮ ਬਾਰੇ ਨਾ ਕਿਸੇ ਨੇ ਅੱਜ ਤੱਕ ਜਾਣਕਾਰੀ ਦਿੱਤੀ ਏ, ਤੇ ਸ਼ਾਇਦ ਕੋਈ ਦੇ ਵੀ ਨਾ ਪਾਏ, ਕਿਉਂਕਿ ਪ੍ਰਮਾਤਮਾ ਦੀ ਬੇਅੰਤਤਾ ਖਤਮ ਹੋ ਜਾਏਗੀ ਜਿੱਦਣ ਕਿਸੇ ਨੇ ਦਾਅਵਾ ਕਰ ਲਿਆ ਕਿ ਮੈਂ ਪੂਰਨ ਤੌਰ ਤੇ ਰੱਬ ਬਾਰੇ ਦੱਸ ਦਿੱਤਾ ਹੈ, ਇਸ ਤੋਂ ਅੱਗੇ ਹੁਣ ਕੁਝ ਨਹੀਂ ਰਿਹਾ। ਫਿਰ ਉਹਦੀ ਬੇਅੰਤਤਾ ਸੀਮਿਤ ਹੋ ਜਾਏਗੀ। ਸੋ ਉਹ ਬੇਅੰਤ ਹੀ ਰਹੇਗਾ, ਸਾਡਾ ਹੀ ਅੰਤ ਹੋਣਾ, ਉਹ ਹਮੇਸ਼ਾ ਬੇਅੰਤ ਹੀ ਰਹਿਣਾ। ਉਸ ਬੇਅੰਤ ਪ੍ਰਭੂ ਦੀ ਤੁਸੀਂ ਕਥਾ ਨੂੰ ਸੁਣੋ, ਜਿਹੜੀ ਕਥਾ ਅਕਥਨੀय ਹੈ। ਗੁਰੂ ਅਮਰਦਾਸ ਮਹਾਰਾਜ ਜੀ ਸਾਨੂੰ ਆਖਦੇ ਨੇ, ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਸਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਹੈ ਗੁਰੂ ਅਮਰਦਾਸ ਮਹਾਰਾਜ ਜੀ ਨੇ, ਤੇ ਸੰਤ ਆਖ ਕੇ ਸਾਨੂੰ ਬੁਲਾਇਆ। ਮੈਂ ਕਈ ਵਾਰੀ ਆਪ ਜੀ ਨੂੰ ਬੇਨਤੀ ਕਰਦਾ ਹੁੰਨਾ ਕਿ ਵੇਖੋ, ਗੁਰੂ ਮਹਾਰਾਜ ਤੇ ਆਪਾਂ ਨੂੰ ਸੰਤ ਆਖਦੇ ਨੇ, ਤੇ ਕੀ ਆਪਾਂ ਸੰਤ ਬਣ ਕੇ ਰਹਿਣਾ ਹੈ ਕਿ ਬਾਹਰ ਜਾ ਕੇ ਕੁਝ ਬਦਲ ਲੈਣਾ ਹੈ ਆਪਾਂ? ਇਹ ਆਪਾਂ ਸਾਰਿਆਂ ਨੇ ਆਪਣੇ ਆਪਣੇ ਅੰਦਰ ਆਪ ਹੀ ਧਿਆਨ ਮਾਰਨਾ ਹੈ ਕਿ ਗੁਰੂ ਅਮਰਦਾਸ ਮਹਾਰਾਜ, ਸਾਰੇ ਹੀ ਗੁਰੂ ਸਾਹਿਬ ਸਾਨੂੰ ਬਹੁਤ ਵਾਰੀ ਸੰਤ, ਗੁਰਮੁਖ, ਸਾਧੂ ਆਖ ਕੇ ਬੁਲਾਉਂਦੇ ਨੇ, ਤੇ ਆਪਾਂ ਬਣਨ ਦੀ ਕੋਸ਼ਿਸ਼ ਕਰੀਏ, ਸਾਧੂ ਬਣੀਏ, ਸੰਤ ਬਣੀਏ। ਤੇ ਸੰਤ ਸਾਧੂ ਦਾ ਮਤਲਬ ਇਹ ਨਹੀਂ ਲੈ ਲੈਣਾ ਕਿ ਆਪਾਂ ਕੋਈ ਗੇਰੂਏ ਰੰਗ ਦੇ ਬਸਤਰ ਪਾ ਲੈਣੇ ਨੇ ਜਾਂ ਹੋਰ ਕਿਸੇ ਕਿਸਮ ਦਾ ਕੋਈ ਬਾਣਾ ਧਾਰਨ ਕਰਨਾ, ਬਿਲਕੁਲ ਨਹੀਂ। ਮਨ ਨੂੰ ਸੰਤ ਬਣਾਉਣਾ, ਮਨ ਨੂੰ ਸਾਧੂ ਬਣਾਉਣਾ। ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਐ ਮੇਰੇ ਗੁਰਮੁਖ ਪਿਆਰੇ ਸੰਤ ਜਨੋ, ਆਓ ਮੇਰੇ ਕੋਲ ਬੈਠੋ, ਆਪਾਂ ਸਾਰੇ ਜਣੇ ਮਿਲ ਕੇ ਉਸ ਅਕਥ ਵਾਹਿਗੁਰੂ ਜੀ ਦੀ ਉਸ ਕਹਾਣੀ ਨੂੰ ਕਰੀਏ ਜਿਹੜੀ ਅਕਥਨੀय ਹੈ। ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ। ਕਰਹਿ ਕਹਾਣੀ ਅਕਥ ਕੇਰੀ। ਕਹਾਣੀ ਕੀ ਕਰੀਏ? ਕਿਤ ਦੁਆਰੇ ਪਾਈਏ। ਉਸ ਰੱਬ ਨੂੰ ਕਿਸ ਦੁਆਰੇ ਤੇ ਪਾਇਆ ਜਾ ਸਕਦਾ ਹੈ। ਤੇ ਆਪਾਂ ਪਿੱਛੇ ਗੱਲ ਸਮਝ ਲਈ, ਉਸ ਨੂੰ ਪਾਉਣ ਦਾ ਬੜਾ ਸਾਦਾ ਜਿਹਾ ਢੰਗ ਗੁਰੂ ਸਾਹਿਬ ਨੇ ਦੱਸਿਆ ਹੈ। ਨਿਰਵਿਚਾਰ ਹੋ ਜਾਓ, ਫੁਰਨਿਆਂ ਨੂੰ ਰੋਕ ਲਵੋ, ਬਸ ਇੰਨਾ ਕੰਮ ਕਰਨਾ, ਤੁਸੀਂ ਰੱਬ ਦੇ ਵਿੱਚ ਬੈਠੇ ਹੋਵੋਗੇ, ਰੱਬ ਤੁਹਾਡੇ ਵਿੱਚ ਬੈਠਾ ਹੋਏਗਾ। ਜੇ ਆਹ ਕੰਮ ਆਪਾਂ ਨਾ ਕਰ ਪਾਏ ਤੇ ਹੋਰ ਜੋ ਮਰਜ਼ੀ ਵੀ ਦੁਨੀਆ ਵਿੱਚ ਕਰਦੇ ਰਹੀਏ। ਬਹੁਤ ਲੋਕਾਂ ਨੇ ਜੀ, ਤੁਹਾਨੂੰ ਪਤਾ ਹੀ ਹੋਣਾ ਹੈ, ਉਲਟੇ ਲਟਕ ਲਟਕ ਕੇ ਤਪ ਸਾਧਨਾਵਾਂ ਕੀਤੀਆਂ ਨੇ। ਆਪਣੇ ਪੈਰਾਂ ਨੂੰ ਸੰਗਲ ਪਾ ਕੇ ਖੂਹ ਵਿੱਚ ਲਟਕ ਕੇ ਭਗਤੀ ਕਰਦੇ ਸਨ ਕੁਝ ਲੋਕ। ਕੀ ਸੱਚਮੁੱਚ ਉਹਨਾਂ ਨੂੰ ਰੱਬ ਮਿਲਿਆ? ਬਿਲਕੁਲ ਨਹੀਂ ਇਸ ਤਰ੍ਹਾਂ ਮਿਲਦਾ। ਇਹੋ ਜਿਹੇ ਕਿਸੇ ਸਾਧਨ ਨਾਲ ਰੱਬ ਨਹੀਂ ਮਿਲਦਾ। ਰੱਬ ਸਾਧਨਾ ਦੇ ਅਧੀਨ ਨਹੀਂ। ਰੱਬ ਤੇ ਭਾਉ ਭਗਤ ਦਾ ਭੁੱਖਾ ਹੈ, ਉਹ ਤੇ ਪ੍ਰੇਮਾ ਭਗਤੀ ਦਾ ਭੁੱਖਾ ਹੈ। ਜੇ ਸਾਡੇ ਅੰਦਰ ਪ੍ਰੇਮ ਪੈਦਾ ਹੋ ਜਾਏ ਤੇ ਫਿਰ ਹੁਣ ਸਵਾਲ ਪੈਦਾ ਹੋਣਾ ਕਿ ਪ੍ਰੇਮ ਰੱਬ ਨੂੰ ਕਿਵੇਂ ਕਰੀਏ ਜਦੋਂ ਦਿਸਦਾ ਹੀ ਨਹੀਂ। ਤੇ ਆਪਾਂ ਇਹ ਤੇ ਗੱਲ ਸਮਝ ਲਈ ਕਿ ਹਰ ਸਰੀਰ ਵਿੱਚ ਵਸਿਆ ਹੋਇਆ ਹੈ। ਸਰੀਰ ਦਾ ਕੋਈ ਇੱਕ ਛੋਟਾ ਜਿਹਾ ਕਣ ਵੀ ਐਸਾ ਨਹੀਂ ਜਿਹਦੇ ਵਿੱਚ ਰੱਬ ਨਾ ਹੋਵੇ। ਜੇ ਹਰ ਕਣ ਕਣ ਵਿੱਚ ਰੱਬ ਸਮਾਇਆ ਹੈ ਤੇ ਪੂਰੇ ਸਰੀਰ ਵਿੱਚ ਮੈਨੂੰ ਤੇ ਲੱਗਦਾ ਹੈ ਰੱਬ ਹੀ ਤੁਰਿਆ ਫਿਰਦਾ। ਬਸ ਇਹਨਾਂ ਸਭਨਾਂ ਨੂੰ ਪਿਆਰ ਕਰਨਾ, ਹੋਰ ਕਿਸੇ ਨੂੰ ਨਹੀਂ। ਸਭ ਜੀਵਾਂ ਨੂੰ, ਜਿੰਨੇ ਜੀ ਤੁਹਾਨੂੰ ਧਰਤੀ ਆਕਾਸ਼ ਵਿੱਚ ਤੁਰੇ ਫਿਰਦੇ ਨਜ਼ਰ ਆਉਂਦੇ ਨੇ, ਇਹ ਵਨਸਪਤੀ ਹੈ, ਜੋ ਕੁਝ ਵੀ ਤੁਹਾਨੂੰ ਨਜ਼ਰ ਆਉਂਦਾ ਹੈ ਜਾਂ ਨਹੀਂ ਵੀ ਆਉਂਦਾ, ਸਭਨਾਂ ਨੂੰ ਪਿਆਰ ਕਰਨਾ ਹੀ ਰੱਬ ਨੂੰ ਪਿਆਰ ਕਰਨਾ ਹੈ। ਬਸ ਇਸ ਪਿਆਰ ਦਾ ਹੀ ਉਹ ਭੁੱਖਾ ਹੈ। ਹੋਰ ਉਹਨੂੰ ਤੁਹਾਡੇ ਕੋਲੋਂ ਕੁਝ ਨਹੀਂ ਚਾਹੀਦਾ। ਨਾ ਤੁਹਾਡੀ ਉਹਨੂੰ ਭੇਟਾ ਚਾਹੀਦੀ ਹੈ, ਨਾ ਤੁਹਾਡੀ ਉਹਨੂੰ ਤਪ ਸਾਧਨਾ ਚਾਹੀਦੀ ਹੈ, ਨਾ ਤੁਹਾਡੀ ਕਿ ਤੁਸੀਂ ਉਹਦਾ ਕੋਈ ਸਤਿਕਾਰ ਕਰੋ। ਕੀ ਕਰੋਗੇ? ਰੱਬ ਦਾ ਸਤਿਕਾਰ ਤੁਸੀਂ ਕਿਵੇਂ ਕਰ ਸਕਦੇ ਹੋ? ਕੋਈ ਢੰਗ, ਕੋਈ ਤਰੀਕਾ ਹੈ ਹੀ ਨਹੀਂ ਅੱਜ ਤੱਕ ਬਣਿਆ।
ਇੱਕੋ ਹੀ ਤਰੀਕਾ ਜਿਹੜਾ ਗੁਰਮਤ ਨੇ ਦੱਸਿਆ ਹੈ, ਉਹਨੂੰ ਪਿਆਰ ਕਰੋ। ਉਹਨੂੰ ਪਿਆਰ ਕਰਨ ਤੋਂ ਭਾਵ ਹੈ ਸਾਰੇ ਜੀਵਾਂ ਨੂੰ ਪਿਆਰ ਕਰੋ। ਇਹ ਹੈ ਆਵੋ ਸੰਤ ਆਵੋ ਸੰਤ ਪਿਆਰਿਓ ਅਕਥ ਕੀ ਕਰਹਿ ਕਹਾਣੀ, ਕਰਹਿ ਕਹਾਣੀ ਅਕਥ ਕੇਰੀ ਕਿਤ ਦੁਆਰੇ ਪਾਈਐ। ਬਸ ਕਿੱਥੇ ਪਾਉਣਾ ਹੈ? ਨਿਰਵਿਚਾਰ ਹੋਣਾ ਹੈ ਤੇ ਸਭਨਾਂ ਨੂੰ ਪਿਆਰ ਕਰਨਾ ਹੈ। ਗੁਰੂ ਰਾਮਦਾਸ ਮਹਾਰਾਜ ਜੀ ਨੇ ਆਖਿਆ, ਜੇਕਰ ਤੁਸੀਂ ਇਹ ਕੰਮ ਕਰ ਲਓ ਤੇ ਤੁਹਾਨੂੰ 4 ਚੀਜ਼ਾਂ ਪ੍ਰਾਪਤ ਹੋ ਜਾਣੀਆਂ ਨੇ ਸਿਰਫ ਸੁਣਨ ਨਾਲ। ਵੇਖੋ ਜੀ, ਕੇਵਲ ਸੁਣਨ ਨਾਲ ਕੋਈ ਨਹੀਂ। ਗੁਰੂ ਜੀ ਆਂਦੇ ਵੀ ਬੜੇ ਮੁਸ਼ਕਿਲ ਤੁਸੀਂ ਸਾਧਨਾਵਾਂ ਕਰੋ, ਬਿਲਕੁਲ ਵੀ ਨਹੀਂ। ਕੇਵਲ ਸੁਣਨ ਨਾਲ 4 ਚੀਜ਼ਾਂ, ਰਿੱਧ, ਬੁੱਧ, ਸਿੱਧ ਤੇ ਸੁਖ, ਇਹ 4 ਹੀ ਚੀਜ਼ਾਂ ਆਪਾਂ ਚਾਹੁੰਦੇ ਹਾਂ ਜੀ। ਸਾਰੀ ਦੁਨੀਆ ਇਹਨਾਂ 4 ਚੀਜ਼ਾਂ ਪਿੱਛੇ ਕਮਲੀ ਹੋਈ ਫਿਰਦੀ ਹੈ। ਰਿੱਧੀ ਦਾ ਮਤਲਬ ਹੁੰਦਾ ਹੈ ਧਨ ਪਦਾਰਥ। ਜੋ ਵੀ ਦੁਨੀਆ ਦੀ ਐਸ਼ਵਰਜ ਹੈ ਉਹ ਸਾਰਾ ਕੁਝ ਹੀ ਮਿਲ ਜਾਏਗਾ ਜੇ ਤੁਸੀਂ ਵਾਹਿਗੁਰੂ ਜੀ ਦੇ ਨਾਮ ਨੂੰ ਧਿਆਨ ਨਾਲ ਸੁਣ ਲਵੋ, ਕੇਵਲ ਸੁਣ ਲਓ। ਬੁੱਧ, ਅਕਲ, ਜਿਹਨੂੰ ਅਸੀਂ ਵਿਵੇਕ ਆਖਦੇ ਹਾਂ ਗੁਰਮਤਿ ਦੀ ਬੋਲੀ ਵਿੱਚ। ਦੂਜਾ ਬੁੱਧ ਵਿਵੇਕਾ। ਵਿਵੇਕ ਤੋਂ ਮਤਲਬ ਹੁੰਦਾ ਹੈ ਉਹ ਬੁੱਧੀ ਜਿਹਦੇ ਨਾਲ ਅਸੀਂ ਚੰਗੇ ਤੇ ਮਾੜੇ ਦਾ ਫੈਸਲਾ ਜਾਂ ਨਿਰਣਾ ਕਰ ਸਕੀਏ। ਰਿੱਧੀਆਂ ਤੁਹਾਡੇ ਪਿੱਛੇ ਤੁਰੀਆਂ ਫਿਰਨਗੀਆਂ। ਬੁੱਧੀ ਯਾਨੀ ਵਿਵੇਕ, ਉਹ ਸਾਨੂੰ ਪ੍ਰਾਪਤ ਹੋ ਜਾਏਗੀ। ਸਿੱਧ ਦਾ ਮਤਲਬ ਹੁੰਦਾ ਹੈ ਕਰਾਮਾਤੀ ਸ਼ਕਤੀਆਂ, ਤੇ ਸਿੱਧੀ ਦਾ ਮਤਲਬ ਨਾ ਗੁਰਮਤ ਵਿੱਚ ਕਾਮਯਾਬੀ ਵੀ ਲਿਆ ਜਾਂਦਾ ਹੈ। ਤੁਸੀਂ ਦੁਨੀਆ ਦਾ ਕੋਈ ਵੀ ਕੰਮ ਕਰੋਗੇ ਉਹਦੇ ਵਿੱਚ ਤੁਹਾਨੂੰ ਕਾਮਯਾਬੀ ਮਿਲੇਗੀ। ਤੀਸਰੀ ਗੱਲ, ਪਹਿਲੀ ਗੱਲ ਰਿੱਧੀ, ਦੂਸਰੀ ਗੱਲ ਬੁੱਧ, ਤੀਸਰੀ ਗੱਲ ਸਿੱਧੀ, ਚੌਥੀ ਗੱਲ ਸੁਖ। ਕੌਣ ਨਹੀਂ ਸੁਖ ਭਾਲਦਾ? ਦੁਨੀਆ ਦੇ ਕੇਵਲ ਮਨੁੱਖ ਹੀ ਨਹੀਂ, ਸਗੋਂ ਪਸ਼ੂ ਤੇ ਪੰਛੀ ਵੀ ਸੁਖ ਭਾਲਦੇ ਨੇ। ਇੱਥੇ ਠੰਡ ਪੈਂਦੀ ਹੈ ਤੇ ਜਿਹੜੇ ਪੰਛੀ ਨੇ ਉਡਾਰੀਆਂ ਮਾਰ ਕੇ ਹਜ਼ਾਰਾਂ ਮੀਲ ਗਰਮੀ ਵਾਲੇ ਪਾਸੇ ਚਲੇ ਜਾਂਦੇ ਨੇ। ਉਧਰ ਗਰਮੀ ਵੱਧਦੀ ਹੈ ਤੇ ਉਹ ਹਜ਼ਾਰਾਂ ਮੀਲ ਉਡਾਰੀਆਂ ਮਾਰ ਕੇ ਠੰਡਿਆਂ ਇਲਾਕਿਆਂ ਵਿੱਚ ਚਲੇ ਜਾਂਦੇ ਨੇ। ਸੁੱਖ ਲਈ, ਹੋਰ ਕਾਹਦੇ ਲਈ ਜਾਂਦੇ ਨੇ? ਆਪਾਂ ਵੀ ਸ਼ਾਇਦ ਸੁੱਖ ਲਈ ਇੱਥੇ ਆਏ ਸਾਂ। ਉਹ ਇੰਨੇ ਹਜ਼ਾਰ ਮੀਲ ਛੱਡ ਕੇ ਇੱਥੇ ਆਏ ਸਾਂ ਵੀ ਸੁੱਖ ਮਿਲੇਗਾ। ਗੁਰੂ ਜੀ ਨੇ ਆਖਿਆ ਇੱਥੇ ਵੀ ਤੇ ਉੱਥੇ ਵੀ, ਜਿੱਥੇ ਮਰਜ਼ੀ ਦੁਨੀਆ ਦੇ ਕਿਸੇ ਕੋਨੇ 'ਚ ਰਹੋ, ਸੁਖ ਮਿਲੇਗਾ। ਪਰ ਮਿਲੇਗਾ ਸੁਣ ਮਨ ਅਕਥ ਕਥਾ ਹਰ ਨਾਮ। ਵਾਹਿਗੁਰੂ ਜੀ ਦੇ ਪਵਿੱਤਰ ਨਾਮ ਦੀ ਤੂੰ ਕਥਾ ਸੁਣਿਆ ਕਰ। ਸੁਣਨ ਨਾਲ ਤੈਨੂੰ ਸੁਖ ਵੀ ਮਿਲੇਗਾ, ਤੈਨੂੰ ਧਨ ਪਦਾਰਥ ਵੀ ਮਿਲੇਗਾ, ਤੈਨੂੰ ਵਿਵੇਕ ਵੀ ਮਿਲੇਗਾ ਤੇ ਤੈਨੂੰ ਹਰ ਕੰਮ ਵਿੱਚ ਕਾਮਯਾਬੀ ਵੀ ਮਿਲੇਗੀ। ਰਿੱਧ ਬੁੱਧ ਸਿੱਧ ਸੁਖ ਪਾਵੈ, ਭਜ ਗੁਰਮਤਿ ਹਰ ਰਾਮ ਰਾਮ। ਇੱਥੇ ਰਾਮ ਦਾ ਅਰਥ ਜੀ ਜਿਹੜਾ ਰਮਿਆ ਹੋਇਆ, ਜਿਹੜਾ ਕਨ ਕਨ ਵਿੱਚ ਸਮਾਇਆ ਹੋਇਆ ਹੈ। ਗੁਰੂ ਦੇ ਆਖੇ ਲੱਗ ਕੇ, ਗੁਰੂ ਦੀ ਮੱਤ ਮੁਤਾਬਕ ਜੀਵਨ ਜਿਉਂ ਕੇ ਉਸ ਦਾ ਭਜਨ ਕਰ, ਰਾਮ ਰਾਮ ਦਾ ਭਜਨ ਕਰ। ਲੋ ਆਹ ਬਚਨ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਸਾਡੇ ਵਾਸਤੇ ਲਿਖੇ ਨੇ, ਸਾਡੇ ਸਭਨਾਂ ਲਈ, ਵੀ ਭਾਈ ਜੇ ਚਾਹੁੰਦੇ ਹੋ ਤੁਹਾਨੂੰ ਆਹ 4 ਚੀਜ਼ਾਂ ਮਿਲਣ ਦੁਨੀਆ ਵਿੱਚ, ਤੇ ਫਿਰ ਵਾਹਿਗੁਰੂ ਜੀ ਦੇ ਨਾਮ ਦਾ ਜਸ ਸੁਣਿਆ ਕਰੋ, ਉਹਦਾ ਜਸ ਕਰਿਆ ਕਰੋ, ਉਹਦੇ ਨਾਮ ਵਿੱਚ ਸੁਰਤ ਜੋੜਿਆ ਕਰੋ, ਮਨ ਨੂੰ ਨਿਰਵਿਚਾਰ ਕਰਨ ਦੀ ਕੋਸ਼ਿਸ਼ ਕਰ ਵੇਖੋ। ਸੋ ਇਹ ਚੀਜ਼ਾਂ ਸਾਨੂੰ ਸਾਰੀਆਂ ਪ੍ਰਾਪਤ ਹੋਣਗੀਆਂ ਹਰੀ ਨਾਮ ਵਿੱਚੋਂ। ਅਗਲਾ ਬਚਨ ਨੇ ਰਾਗ ਤਿਲੰਗ। ਤਿਲੰਗ ਨਾ ਜੀ ਇਹ ਸੰਸਕ੍ਰਿਤ ਦੇ ਸ਼ਬਦ ਵਿੱਚੋਂ ਆਇਆ। ਭਾਈ ਕਾਹਨ ਸਿੰਘ ਜੀ ਹੋਰਾਂ ਨੇ ਲਿਖਿਆ ਹੋਇਆ ਹੈ। ਉਹ ਕਹਿੰਦੇ ਨੇ ਇਹਦਾ ਜਿਹੜਾ ਸ਼ੁੱਧ ਰੂਪ ਹੈ ਉਹ ਤ੍ਰਿਲੰਗ, ਤ੍ਰਿਲਿੰਗ, 3 ਲਿੰਗ ਯਾਨੀ। ਉਹਨਾਂ ਨੇ ਦੱਸਿਆ ਉਧਰ ਉੱਤਰ ਵਾਲੇ ਨਾਰਥ ਵਿੱਚ ਭਾਰਤ ਦੇ ਕੋਈ ਜਗ੍ਹਾ ਹੈ, ਉੱਥੇ 3 ਪਹਾੜੀਆਂ ਨੇ। ਉਹਨਾਂ 3 ਪਹਾੜੀਆਂ ਦੇ ਉੱਤੇ ਸ਼ਿਵਲਿੰਗ ਨੇ, 3 ਉੱਤੇ 3। ਉਸ ਇਲਾਕੇ ਵਿੱਚ ਇਸ ਰਾਗ ਨੂੰ ਬਹੁਤ ਗਾਇਆ ਜਾਂਦਾ ਹੈ।
ਤੇ ਉਸ ਰਾਗ ਦਾ ਨਾਮ, ਉਹ ਜਿਹੜੇ ਸ਼ਿਵਲਿੰਗ ਨੇ ਉੱਥੇ 3 ਪਹਾੜੀਆਂ ਦੇ ਉੱਤੇ, ਉਹਨਾਂ ਦੇ ਨਾਂ ਤੇ ਹੀ ਇਸ ਰਾਗ ਦਾ ਨਾਂ ਪੈ ਗਿਆ ਤ੍ਰਿਲਿੰਗ। ਤੇ ਜਦੋਂ ਉਹ ਗੁਰਮੁਖੀ ਵਿੱਚ ਆ ਗਿਆ, ਉਹ ਤਿਲੰਗ ਹੋ ਗਿਆ। ਇਹ ਤਿਲੰਗ ਰਾਗ ਗੁਰੂ ਗ੍ਰੰਥ ਸਾਹਿਬ ਜੀ ਦਾ 14ਵਾਂ ਰਾਗ ਏ। ਇਹਦਾ ਸਮਾਂ ਦਿਨ ਦਾ ਤੀਜਾ ਪਹਿਰ ਏ। ਸੋ ਇੱਕ ਪਹਿਰ ਜਿਹੜਾ ਹੁੰਦਾ ਹੈ ਨਾ ਜੀ, ਇਹ 3 ਘੰਟਿਆਂ ਦਾ ਹੁੰਦਾ ਹੈ। ਪਹਿਲਾ ਪਹਿਰ 6 ਤੋਂ 9 ਤੱਕ, ਦੂਜਾ ਪਹਿਰ 9 ਤੋਂ 12 ਤੱਕ, ਤੇ ਤੀਜਾ ਪਹਿਰ 12 ਤੋਂ 3 ਵਜੇ ਤੱਕ। ਇਹ ਇਹਦਾ ਸਮਾਂ ਦੱਸਿਆ ਗਿਆ ਹੈ ਇਸ ਰਾਗ ਦਾ। ਹੁਣ ਇਸ ਰਾਗ ਦੇ ਅੰਦਰ ਜਿਹੜਾ ਪਹਿਲਾ ਹੀ ਬਚਨ ਹੈ, ਉਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਤੇ ਉਹਦੀਆਂ ਰਹਾਉ ਵਾਲੀਆਂ ਪੰਕਤੀਆਂ ਵੀ ਤੁਹਾਡੇ ਸਾਹਮਣੇ ਨੇ। ਇਹ ਜ਼ਿਆਦਾ ਇਹਦੇ ਵਿੱਚ ਜਿਹੜੇ ਸ਼ਬਦ ਨੇ ਅਰਬੀ ਫਾਰਸੀ ਤੋਂ ਆਏ ਹੋਏ ਨੇ। ਔਰ ਆਪਾਂ ਇਹ ਬਹੁਤ ਵਾਰੀ ਗੱਲ ਸਮਝ ਚੁੱਕੇ ਹਾਂ ਕਿ ਗੁਰੂ ਸਾਹਿਬ ਨੂੰ ਨਾ ਕਿਸੇ ਭਾਸ਼ਾ ਨਾਲ, ਨਾ ਕਿਸੇ ਧਰਮ ਨਾਲ, ਨਾ ਕਿਸੇ ਮਜ਼ਹਬ ਨਾਲ, ਨਾ ਕਿਸੇ ਬਾਣੇ ਨਾਲ ਕੋਈ ਵਿਰੋਧਤਾ ਨਹੀਂ। ਉਹ ਸਭਨਾਂ ਨੂੰ ਪਿਆਰ ਕਰਦੇ ਨੇ। ਦੁਨੀਆ ਦੀ ਕੋਈ ਬੋਲੀ ਹੋਵੇ, ਕੋਈ ਇਲਾਕਾ ਹੋਵੇ, ਉਸ ਇਲਾਕੇ ਵਿੱਚ ਵਸਣ ਵਾਲੇ ਕਿਸੇ ਕਿਸਮ ਦੇ ਲੋਕ ਹੋਣ, ਉਹ ਬਾਣਾ ਕਿਹੋ ਜਿਹਾ ਪਾਉਂਦੇ ਨੇ, ਉਹਨਾਂ ਦਾ ਧਰਮ ਕੀ ਏ, ਗੁਰੂ ਜੀ ਨੂੰ ਇਸ ਗੱਲ ਨਾਲ ਕੋਈ ਵਾਸਤਾ ਨਹੀਂ। ਸਿਰਫ ਵਾਸਤਾ ਹੈ ਕਿ ਤੁਸੀਂ ਮਨੁੱਖ ਹੋ, ਬਸ ਤੁਸੀਂ ਆਦਮੀ ਹੋ। ਤੇ ਜੇ ਤੂੰ ਬੰਦਾ ਏ ਤੇ ਬੰਦਗੀ ਕਰ, ਬਸ ਇੰਨੀ ਗੱਲ। ਗੁਰੂ ਸਾਹਿਬ ਦਾ ਇੰਨਾ ਹੀ ਮਕਸਦ ਸੀ ਸਾਡੇ ਕੋਲ ਆਉਣ ਦਾ ਤੇ ਸਾਨੂੰ ਕੁਝ ਸਮਝਾਉਣ ਦਾ, ਵੀ ਤੂੰ ਬੰਦਗੀ ਕਰੇਂਗਾ ਤੇ ਤੂੰ ਬੰਦਾ ਹੈ, ਜੇ ਬੰਦਗੀ ਨਹੀਂ ਕਰੇਂਗਾ ਤੇ ਫਿਰ ਭਾਈ ਤੂੰ ਕਾਹਦਾ ਬੰਦਾ ਹੈ? ਫਿਰ ਤੇ ਪਸ਼ੂ ਪ੍ਰੇਤ, ਪਸ਼ੂ ਪੰਛੀ ਜਿਹੜੇ ਕੰਮ ਤੂੰ ਕਰਦਾ ਇਹੋ ਜਿਹੇ ਕੰਮ ਤੇ ਉਹ ਵੀ ਕਰਦੇ ਹੀ ਨੇ। ਅਸੀਂ ਰੋਜ਼ੀ ਰੋਟੀ ਕਮਾਉਂਦੇ ਹਾਂ, ਪਸ਼ੂ ਪੰਛੀ ਵੀ ਕਮਾਉਂਦੇ ਨੇ। ਅਸੀਂ ਬੱਚੇ ਪੈਦਾ ਕਰਕੇ ਆਪਣਾ ਪਰਿਵਾਰ ਚਲਾਉਂਦੇ ਹਾਂ, ਉਹ ਵੀ ਚਲਾਉਂਦੇ ਨੇ, ਉਹ ਵੀ ਬੱਚੇ ਪੈਦਾ ਕਰਦੇ ਨੇ। ਫਰਕ ਤੇ ਕੁਝ ਵੀ ਨਾ ਹੋਇਆ। ਫਿਰ ਬਸ ਇਹੋ ਹੀ ਫਰਕ ਹੈ ਕਿ ਤੂੰ ਬੰਦਗੀ ਕਰ ਸਕਦਾ ਹੈ, ਉਹ ਨਹੀਂ ਕਰ ਸਕਦੇ। ਕੋਸ਼ਿਸ਼ ਕਰੀਏ ਆਪਾਂ ਬੰਦਗੀ ਕਰੀਏ। ਇਹ ਭਾਸ਼ਾ ਹੈ ਅਰਬੀ ਫਾਰਸੀ ਵਿੱਚੋਂ ਆਏ ਹੋਏ ਸ਼ਬਦ, ਜਿਹਦੇ ਵਿੱਚ ਗੁਰੂ ਨਾਨਕ ਸਾਹਿਬ ਆਖਦੇ ਨੇ ਦੁਨੀਆ ਮੁਕਾਮੇ ਫਾਨੀ। ਸਾਨੂੰ ਸਮਝਾਉਂਦੇ ਨੇ, ਸਾਨੂੰ ਸਾਰਿਆਂ ਨੂੰ, ਸਾਰੀ ਖਲਕਤ ਨੂੰ। ਇਹ ਜਿਹੜੀ ਦੁਨੀਆ ਹੈ ਨਾ, ਇਹ ਜਿਹੜੀ ਕੁਦਰਤ, ਜਿਹੜਾ ਇਹ ਸੰਸਾਰ ਅਸੀਂ ਜਿਸ ਨੂੰ ਆਖ ਰਹੇ ਹਾਂ, ਮੁਕਾਮੇ ਫਾਨੀ। ਮੁਕਾਮ ਦਾ ਮਤਲਬ ਹੁੰਦਾ ਟਿਕਾਣਾ, ਥਾਂ। ਫਾਨੀ ਦਾ ਮਤਲਬ ਹੁੰਦਾ ਫਨਾਹ ਹੋ ਜਾਣ ਵਾਲਾ, ਜਿਹਨੇ ਸਦਾ ਨਹੀਂ ਰਹਿਣਾ। ਇਹ ਜਿਹੜੀ ਦੁਨੀਆ ਹੈ, ਇਹ ਫਨਾਹ ਦਾ ਮੁਕਾਮ ਹੈ। ਇਹ ਦੁਨੀਆ ਸਦਾ ਰਹਿਣ ਵਾਲੀ ਨਹੀਂ, ਇਹ ਬਿਨਸ ਜਾਣ ਵਾਲੀ ਹੈ। ਜੇ ਸਾਡੇ ਵਿੱਚੋਂ ਜਦੋਂ ਵੀ ਕੋਈ ਸਮਾਂ ਕਿਸੇ ਦਾ ਆਏ, ਉਹ ਕਾਲ ਚਲਾਣਾ ਕਰ ਜਾਏ, ਉਹਦੇ ਵਾਸਤੇ ਤੇ ਦੁਨੀਆ ਖਤਮ ਹੋ ਗਈ। ਜਦੋਂ ਹੋਏਗੀ ਉਹ ਤੇ ਹੋਏਗੀ, ਪਰ ਉਸ ਹਰ ਮਨੁੱਖ ਲਈ ਉਦੋਂ ਇਹ ਦੁਨੀਆ ਖਤਮ ਹੋ ਜਾਂਦੀ ਏ ਜਦੋਂ ਉਹਦੀਆਂ ਅੱਖਾਂ ਸਦਾ ਲਈ ਬੰਦ ਹੋ ਜਾਂਦੀਆਂ ਨੇ। ਦੁਨੀਆ ਮੁਕਾਮੇ ਫਾਨੀ, ਤਹਿਕੀਕ ਦਿਲ ਦਾਨੀ। ਦਾਨੀ ਦਾ ਮਤਲਬ ਇੱਥੇ ਆ ਤੇ ਜਾਣਨਾ। ਤਹਿਕੀਕ ਦਾ ਮਤਲਬ ਹੈ ਸੱਚ। ਆਪਾਂ ਕਈ ਵਾਰੀ ਸ਼ਬਦ ਉਹ ਤੇ ਸੁਣਿਆ, ਤਹਿਕੀਕਾਤ। ਫਲਾਣੇ ਲੋਕ ਆਏ ਸਨ, ਉਹਨਾਂ ਨੇ ਤਹਿਕੀਕਾਤ ਕੀਤਾ, ਯਾਨੀ ਸੱਚ ਤੱਕ ਪਹੁੰਚੇ। ਕਿਸੇ ਇਸ਼ੂ ਨੂੰ ਲੈ ਕੇ ਉਹਦੀ ਗਹਿਰਾਈ ਤੱਕ ਪਹੁੰਚਣਾ, ਉਸ ਨੂੰ ਤਹਿਕੀਕ ਆਖਦੇ ਨੇ। ਦਿਲਦਾਨੀ, ਐ ਮੇਰੇ ਦਿਲ, ਤੂੰ ਇਸ ਸੱਚਾਈ ਨੂੰ ਨਹੀਂ ਜਾਣਦਾ। ਵੇਖੋ ਕਿੰਨਾ ਸੋਹਣਾ ਬਚਨ ਹੈ ਗੁਰੂ ਮਹਾਰਾਜ ਦਾ। ਐ ਮੇਰੇ ਦਿਲ, ਤੂੰ ਇਸ ਸੱਚਾਈ ਨੂੰ ਨਹੀਂ ਜਾਣਦਾ ਵੀ ਇਹ ਦੁਨੀਆ ਸਦਾ ਰਹਿਣ ਵਾਲੀ ਨਹੀਂ। ਫਿਰ ਤੂੰ ਇਹਦੇ ਪਿੱਛੇ ਕਿਉਂ ਕਮਲਾ ਹੋਇਆ ਫਿਰਦਾ ਹੈ? ਕਿਉਂ ਲੋਭ ਤੇ ਲਾਲਚ ਕਰਦਾ ਹੈ? ਕਿਉਂ ਕ੍ਰੋਧ ਕਰਦਾ ਹੈ? ਕਿਉਂ ਲੋਕਾਂ ਦੇ ਨਾਲ ਲੜਦਾ ਫਿਰਦਾ ਹੈ? ਕਿਉਂ ਕਿਸੇ ਨਾਲ ਤੂੰ ਨਫ਼ਰਤ ਕਰਦਾ ਹੈ? ਤੈਨੂੰ ਸਮਝ ਨਹੀਂ, ਤੈਨੂੰ ਪਤਾ ਨਹੀਂ ਵੀ ਇਹ ਦੁਨੀਆ ਸਦਾ ਰਹਿਣ ਵਾਲੀ ਨਹੀਂ। ਫਿਰ ਅਗਲਾ ਬਚਨ ਵੇਖੋ, ਹੋਰ ਵੀ ਸੋਹਣਾ ਹੈ। ਮਮ ਸਰ ਮੂਏ, ਮਮ ਮੈਨਾ ਮੇਰਾ, ਸਰ ਮੈਨੇ ਸਿਰ, ਮੂਏ ਮੈਨੇ ਵਾਲ ਕੇਸ। ਮਮ ਸਰ ਮੂਏ,
ਮੇਰੇ ਸਿਰ ਦੇ ਜਿਹੜੇ ਵਾਲ ਨੇ, ਅਜ਼ਰਾਈਲ ਗ੍ਰਿਫਤ ਹੈ। ਗ੍ਰਿਫਤ ਦਾ ਮਤਲਬ ਹੋਣਾ ਹੈ ਫੜਨਾ, ਪਕੜਨਾ। ਅਜ਼ਰਾਈਲ ਕਿਉਂਕਿ ਅਰਬੀ ਫਾਰਸੀ ਤੋਂ ਸ਼ਬਦ ਆਏ ਹੋਏ ਨੇ। ਅਜ਼ਰਾਈਲ ਇਹ ਮੌਤ ਦਾ ਫਰਿਸ਼ਤਾ, ਅਸੀਂ ਉਹਨੂੰ ਜਮ ਆਖ ਲਈਏ ਤੇ ਚੱਲ ਜਾਏਗਾ। ਮਮ ਸਰ ਮੂਏ ਅਜ਼ਰਾਈਲ ਗ੍ਰਿਫਤ ਹੈ। ਗ੍ਰਿਫਤ ਦਾ ਮਤਲਬ ਹੈ ਪਕੜਨਾ। ਮੇਰੇ ਸਿਰ ਦੇ ਜਿਹੜੇ ਵਾਲ ਨੇ, ਇਹ ਜਿਹੜਾ ਮੌਤ ਦਾ ਫਰਿਸ਼ਤਾ ਹੈ ਉਸਨੇ ਫੜੇ ਹੋਏ ਨੇ। ਯਾਨੀ ਅਸੀਂ ਮੌਤ ਤੋਂ ਪਰੇ ਨਹੀਂ ਆ। ਮੌਤ ਸਾਡੇ ਬਹੁਤ ਨਜ਼ਦੀਕ ਹੈ। ਮੈਂ ਤੇ ਆਖਾਂਗਾ ਸਾਡੇ ਅੰਦਰ ਰਹਿੰਦੀ ਏ। ਤੇ ਉਦਣ ਤੋਂ ਸਾਡੇ ਅੰਦਰ, ਜਿਸ ਦਿਨ ਤੋਂ ਸਾਡੇ ਸਰੀਰ ਵਿੱਚ ਸਵਾਸ ਚੱਲਣੇ ਸ਼ੁਰੂ ਹੋਏ ਨੇ, ਉਸ ਦਿਨ ਤੋਂ ਅੰਦਰ ਏ। ਭਾਵੇਂ ਉਦੋਂ ਅਸੀਂ ਮਾਤਾ ਦੇ ਉਦਰ ਵਿੱਚ ਸਾਂ, ਮੌਤ ਉਦਣ ਦੀ ਸਾਡੇ ਨਾਲ ਏ। ਤੇ ਉਹ ਉਡੀਕਦੀ ਕੀ ਰਹਿੰਦੀ ਏ, ਸਾਨੂੰ ਕਿਉਂ ਨਹੀਂ ਮਾਰਦੀ? ਕਿਉਂਕਿ ਉਹਦੇ ਸਿਰ ਦੇ ਉੱਤੇ ਨਾ ਇੱਕ ਬਹੁਤ ਵੱਡਾ ਡੰਡਾ ਏ। ਉਹ ਕਿਸੇ ਨਾਲ ਨਜਾਇਜ਼ ਨਹੀਂ ਕਰ ਸਕਦੀ। ਉਹ ਫਿਰ ਵੇਖਦੀ ਏ ਕਿ ਜਿੰਨਾ ਚਿਰ ਇਹਦੇ ਸਰੀਰ ਵਿੱਚ ਜਿਹੜੇ ਸਵਾਸ ਰੱਬ ਜੀ ਨੇ ਪਾਏ ਨੇ ਉਹ ਪੂਰੇ ਹੋ ਲੈਣ। ਜਦੋਂ ਪੂਰੇ ਹੋਣਗੇ ਉਸ ਵਕਤ ਮੈਂ ਆਪਣਾ ਕੰਮ ਕਰਾਂਗੀ। ਗੁਰੂ ਸਾਹਿਬ ਨੇ ਲਿਖਿਆ ਨਾ, ਗਣ ਘਾਲੇ ਸਭ ਦਿਵਸ ਸਾਸ, ਨਹਿ ਘਟਨ ਬਡਨ ਤਿਲ ਸਾਰ। ਸਾਡੇ ਸਰੀਰ ਦੇ ਅੰਦਰ ਪਰਮਾਤਮਾ ਵੱਲੋਂ ਜਿਹੜੇ ਸਵਾਸ ਪਾਏ ਗਏ ਨੇ, ਇਹ ਗਿਣ ਕੇ ਪਾਏ ਗਏ ਨੇ, ਇਹ ਗਿਣਤੀ ਦੇ ਨੇ। ਆਪਾਂ ਬਹੁਤ ਵਾਰੀ ਇਤਿਹਾਸਕਾਰਾਂ ਕੋਲੋਂ ਸੁਣਿਆ ਹੋਣਾ ਕਿ ਜਿਹੜੇ ਜੋਗੀ ਲੋਕ ਸਨ ਆਪਣੀ ਉਮਰ ਵਧਾ ਲੈਂਦੇ ਸਨ। ਉਮਰ ਵਧਾਉਣ ਦਾ ਹੋਰ ਕੋਈ ਤਰੀਕਾ ਨਹੀਂ, ਉਹ ਸਵਾਸਾਂ ਨੂੰ ਰੋਕ ਲੈਂਦੇ ਸਨ। ਬਸ ਆਪਣੀ ਸੁਰਤ ਨੂੰ ਕਿਸੇ ਉੱਚੀ ਮੰਜ਼ਿਲ ਤੇ ਲੈ ਜਾਂਦੇ, ਉੱਥੇ ਲਿਜਾ ਕੇ ਸਵਾਸਾਂ ਨੂੰ ਰੋਕ ਕੇ ਉਹ ਜਲੰਧਰ ਬੰਦ ਤੇ ਇਸ ਤਰ੍ਹਾਂ ਦੇ ਕਈ ਬੰਦ ਨੇ, ਉਹਨਾਂ ਕੋਲੋਂ ਬੰਦ ਲਗਾ ਲੈਂਦੇ ਤੇ ਮੁੜ ਕੇ ਉਹ ਬੈਠੇ ਰਹਿੰਦੇ ਲੰਮਾ ਲੰਮਾ ਸਮਾਂ। ਇਸ ਤਰ੍ਹਾਂ ਉਹਨਾਂ ਦੀ ਜਿਹੜੀ ਸਰੀਰਕ ਸਮਾਂ ਹੈ ਉਹ ਵੱਧ ਜਾਂਦਾ, ਕਿਉਂਕਿ ਸਵਾਸ ਉਹਨਾਂ ਨੇ ਘੱਟ ਖਰਚ ਕੀਤੇ ਨੇ। ਸੋ ਜਿਹੜੇ ਸਾਡੇ ਸਵਾਸ ਨੇ ਰੱਬ ਜੀ ਨੇ ਗਿਣ ਕੇ ਪਾਏ ਨੇ, ਤੇ ਜਦੋਂ ਸਾਡਾ ਅਖੀਰਲਾ ਸਵਾਸ ਆਉਣਾ, ਮੌਤ ਸਾਡੇ ਅੰਦਰ ਹੀ ਏ। ਉਹਨੇ ਸਾਡੇ ਕੇਸ ਫੜੇ ਹੀ ਹੋਏ ਨੇ। ਬਸ ਉਹਨੇ ਉਸੇ ਵਕਤ ਆਪਣਾ ਕੰਮ ਕਰਨਾ ਹੈ ਤੇ ਅਸੀਂ ਤੇ ਸਰੀਰ ਇਹ ਵੱਖਰੇ ਵੱਖਰੇ ਹੋ ਜਾਣੇ ਨੇ। ਮਮ ਸਰ ਮੂਏ ਅਜ਼ਰਾਈਲ ਗ੍ਰਿਫਤ ਹੈ। ਗ੍ਰਿਫਤ ਹੈ ਦਿਲ ਹੇਚ ਨਾ ਦਾਨੀ। ਹੇ ਦਿਲ, ਤੂੰ ਕੁਝ ਵੀ ਨਹੀਂ ਸਮਝਦਾ। ਵੇਖ, ਤੈਨੂੰ ਪਹਿਲਾਂ ਆਖਿਆ ਕਿ ਦੁਨੀਆ ਫਨਾਹ ਦਾ ਮੁਕਾਮ ਹੈ, ਤੂੰ ਉਹ ਵੀ ਗੱਲ ਨਹੀਂ ਸਮਝੀ। ਹੁਣ ਤੈਨੂੰ ਸਮਝਾਇਆ ਹੈ ਗੁਰੂ ਨਾਨਕ ਸਾਹਿਬ ਨੇ ਕਿ ਵੇਖ, ਤੇਰੇ ਕੇਸ ਮੌਤ ਦੇ ਫਰਿਸ਼ਤੇ ਨੇ ਫੜੇ ਹੋਏ ਨੇ। ਹੁਣ ਤਾਂ ਸਮਝ ਜਾ ਵੀ ਉਹਨੇ ਤੈਨੂੰ ਛੱਡਣਾ ਨਹੀਂ, ਉਹਨੇ ਤੈਨੂੰ ਆਪਣੇ ਨਾਲ ਲੈ ਜਾਣਾ ਹੈ ਤੇ ਲਿਜਾਣਾ ਉੱਥੇ ਆ ਜਿਹੋ ਜੇ ਤੂੰ ਕਰਮ ਕੀਤੇ ਹੋਣਗੇ, ਉਹੋ ਜੀ ਕੋਰਟ ਕਚਹਿਰੀ ਵਿੱਚ ਉਹਨੇ ਤੈਨੂੰ ਪੇਸ਼ ਕਰ ਦੇਣਾ ਹੈ। ਇੱਥੇ ਨਹੀਂ, ਦੁਨੀਆ ਵਿੱਚ ਆਪਾਂ ਵੇਖਦੇ ਹਾਂ ਨਾ ਜੀ, ਜਿਹੋ ਜਿਹਾ ਕਿਸੇ ਨੇ ਕੋਈ ਕਰਮ ਕੀਤਾ ਹੁੰਦਾ ਹੈ, ਜੇ ਅਸੀਂ ਚੰਗੇ ਕਰਮ ਕਰਦੇ ਹਾਂ, ਸਾਨੂੰ ਚੰਗੀਆਂ ਅਦਾਲਤਾਂ ਵਿੱਚ, ਚੰਗੀਆਂ ਸੰਸਥਾਵਾਂ ਵਿੱਚ, ਚੰਗੀਆਂ ਜਗ੍ਹਾ ਤੇ ਲਿਜਾ ਕੇ ਸਾਨੂੰ ਸਨਮਾਨਿਤ ਕੀਤਾ ਜਾਂਦਾ ਹੈ। ਆ ਪਿੱਛੇ ਜੇ ਟੋਕੀਓ ਵਿੱਚ ਜਿਨ੍ਹਾਂ ਨੇ ਹੁਣੇ ਉਹ ਗੇਮ ਜਿੱਤੀ ਹੈ ਹਾਕੀ ਵਾਲੀ, ਕਿੰਨਾ ਵੱਡਾ ਸਨਮਾਨ ਹੋਇਆ ਉਹਨਾਂ ਨੂੰ। ਕਿੱਥੇ ਕਿੱਥੇ ਲੋਕਾਂ ਨੇ ਸੱਦ ਕੇ ਉਹਨਾਂ ਨੂੰ ਇੱਜ਼ਤ ਮਾਣ ਦਿੱਤਾ। ਸਨਮਾਨ ਜਿਨ੍ਹਾਂ ਨੇ ਕੁਝ ਚੰਗਾ ਕੀਤਾ ਉਹਨਾਂ ਨੂੰ ਮਿਲੇਗਾ, ਜਿਨ੍ਹਾਂ ਨੇ ਕੁਝ ਮਾੜਾ ਕੀਤਾ ਉਹਨਾਂ ਨੂੰ ਉਹੋ ਜਿਹੀ ਕਚਹਿਰੀ ਵਿੱਚ ਲੈ ਜਾਇਆ ਜਾਂਦਾ ਹੈ। ਉਹ ਜਾਂ ਥਾਣੇ ਵਿੱਚ ਜਾਂ ਜੇਲ੍ਹ ਵਿੱਚ, ਹੋਰ ਕਿੱਥੇ ਜਾਣਾ ਫਿਰ। ਦਿਲ ਹੇਚ ਨਾ ਦਾਨੀ। ਐ ਮੇਰੇ ਦਿਲ, ਤੂੰ ਇੰਨੀ ਗੱਲ ਵੀ ਨਹੀਂ ਸਮਝਦਾ ਵੀ ਤੈਨੂੰ ਜਿਵੇਂ ਪੁਲਿਸ ਨੇ ਹੱਥ ਕੜੀ ਨਹੀਂ ਲਗਾਈ ਹੁੰਦੀ ਹੱਥਾਂ ਨੂੰ, ਵੀ ਮੌਤ ਦੇ ਫਰਿਸ਼ਤੇ ਨੇ ਤੇਰੇ ਕੇਸ ਫੜੇ ਹੋਏ ਨੇ ਤੇ ਤੂੰ ਅਜੇ ਵੀ ਨਹੀਂ ਸਮਝਦਾ। ਬਸ ਇਹ ਗੱਲ ਸਾਨੂੰ ਗੁਰੂ ਨਾਨਕ ਸਾਹਿਬ ਸਮਝਾਉਣਾ ਚਾਹੁੰਦੇ ਨੇ। ਇਹਦਾ ਮਤਲਬ ਸਿਰਫ ਇੰਨਾ ਹੀ ਹੈ ਕਿ ਅਸੀਂ ਚੰਗੇ ਇਨਸਾਨ ਬਣੀਏ। ਦੁਨੀਆ ਤੇ ਆਪਾਂ ਸਦਾ ਨਹੀਂ ਰਹਿਣਾ, ਇਸ ਸੰਸਾਰ ਨੂੰ ਛੱਡ ਕੇ ਚਲੇ ਜਾਣਾ ਹੈ। ਤੇ ਚੰਗਾ ਹੋਵੇ ਜੇ ਆਪਾਂ ਕੁਝ ਚੰਗਾ ਕਰਕੇ ਜਾਈਏ।
ਅਗਲਾ ਬਚਨ ਆਪਾਂ ਸਮਝ ਲੈਨੇ ਆ। ਰਾਗ ਸੂਹੀ। ਸੂਹੀ ਰਾਗ ਜਿਹੜਾ ਹੈ ਇਹ ਗਿਆਨੀ ਹਰਬੰਸ ਸਿੰਘ ਜੀ ਹੋਰਾਂ ਨੇ ਲਿਖਿਆ ਹੈ। ਇਹਦਾ ਜਿਹੜਾ ਗਾਉਣ ਦਾ ਸਮਾਂ ਹੈ ਉਹ 2 ਘੜੀ ਦਿਨ ਚੜੇ। ਤੇ ਘੜੀ ਸ਼ਾਇਦ ਤੁਸੀਂ ਸਮਝਦੇ ਹੋਵੋਗੇ ਜਿਹੜੀ ਆਪਾਂ ਹੱਥ ਨੂੰ ਬੰਨੀਏ, ਨਹੀਂ ਜੀ, ਪੁਰਾਣੇ ਸਮੇਂ 'ਚ ਇੱਕ ਘੜੀ ਵਕਤ ਹੁੰਦਾ ਸੀ, ਉਹਦੀ ਹੱਦ ਹੁੰਦੀ ਸੀ, ਇੱਥੋਂ ਲੈ ਕੇ ਇੱਥੋਂ ਤੱਕ ਇੱਕ ਘੜੀ ਹੋ ਜਾਂਦੀ ਹੈ। ਤੇ ਅੱਜ ਕੱਲ ਦੇ 22.5 ਮਿੰਟ ਦੀ ਇੱਕ ਘੜੀ ਹੁੰਦੀ ਹੈ। 2 ਘੜੀਆਂ ਦਿਨ ਚੜੇ, ਯਾਨੀ ਸੂਰਜ ਨਿਕਲੇ ਤੇ 45 ਮਿੰਟ ਬਾਅਦ ਇਸ ਰਾਗ ਦੇ ਗਾਉਣ ਦਾ ਸਮਾਂ ਜਿਹੜਾ ਉਹ ਸ਼ੁਰੂ ਹੋ ਜਾਂਦਾ ਹੈ। ਇਸ ਰਾਗ ਦਾ ਜਿਹੜਾ ਪਹਿਲਾ ਬਚਨ ਹੈ ਉਹ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ, ਜਿਸ ਵਿੱਚ ਉਹਨਾਂ ਨੇ ਰਹਾਉ ਵਾਲੀਆਂ ਜਿਹੜੀਆਂ ਪੰਕਤੀਆਂ ਨੇ ਉਹਨਾਂ ਵਿੱਚ ਆਖਿਆ, ਜਪੋ ਤਾਂ ਇੱਕੋ ਨਾਮਾ। ਐ ਭਾਈ ਜਪੋ। ਫਿਰ ਸਵਾਲ ਪੈਦਾ ਹੋਗਾ, ਕਿਹਨੂੰ ਜਪੀਏ? ਕੋਈ ਆਖੇਗਾ ਗੁਰੂ ਨਾਨਕ ਨੂੰ ਜਪ ਲਓ, ਕੋਈ ਆਖੇਗਾ ਰਾਮਚੰਦਰ ਨੂੰ ਜਪ ਲਓ, ਕੋਈ ਆਖੇਗਾ ਸ਼੍ਰੀ ਕ੍ਰਿਸ਼ਨ ਜੀ ਨੂੰ ਜਪ ਲਓ। ਦੇਵੀਆਂ ਦੇਵਤਿਆਂ ਦੇ ਜਪ ਲੋਕ ਕਰਦੇ ਨੇ। ਬਹੁਤ ਜਪ ਨੇ ਜੀ ਸੰਸਾਰ ਵਿੱਚ। ਅਸੰਖ ਜਪ ਅਸੰਖ ਪਾਓ। ਅਸੰਖਾਂ ਹੀ ਜਪ ਨੇ, ਯਾਨੀ ਅਣਗਿਣਤ ਹੀ ਜਪ ਨੇ ਜਿਨ੍ਹਾਂ ਨੂੰ ਲੋਕ ਜਪਦੇ ਨੇ। ਤੇ ਉਹ ਵੱਖ-ਵੱਖ ਸ਼ਖਸੀਅਤਾਂ ਦੇ ਜਪ ਨੇ। ਦੇਵੀਆਂ ਦੇ ਵੱਖਰੇ ਜਪ ਨੇ, ਦੇਵਤਿਆਂ ਦੇ ਵੱਖਰੇ ਜਪ ਨੇ, ਗੁਰੂਆਂ ਦੇ ਵੱਖਰੇ ਨੇ, ਭੂਤਾਂ ਪ੍ਰੇਤਾਂ ਦੇ ਵੱਖਰੇ ਨੇ, ਬੜੇ ਤਰ੍ਹਾਂ ਦੇ ਜਪ ਨੇ। ਤੇ ਗੁਰੂ ਸਾਹਿਬ ਨੇ ਆਖਿਆ ਜਪੋ। ਸਵਾਲ ਪੈਦਾ ਹੋਇਆ ਵੀ ਕਿਹਨੂੰ ਜਪੀਏ, ਕਿਹੜਾ ਜਪ ਜਪੀਏ? ਤਾਂ ਇੱਕੋ ਨਾਮਾ, ਇੱਕੋ ਇੱਕ ਪਰਮਾਤਮਾ ਦਾ ਨਾਮ ਜਪੋ। ਹੋਰ ਕਿਸੇ ਦੇ ਨਾਮ ਨੂੰ ਜਪਣ ਦੀ ਜ਼ਰੂਰਤ ਨਹੀਂ। ਜਿੰਨੇ ਵੀ ਹੋਰ ਨਾਮ ਨੇ ਉਹ ਸਾਰੇ ਦੇ ਸਾਰੇ ਛੋਟੇ ਨਾਮ ਨੇ, ਊਰੇ ਨਾਮ ਨੇ, ਉਹ ਪੂਰੇ ਨਹੀਂ ਹਨ। ਪੂਰਾ ਇੱਕ ਪਰਮਾਤਮਾ ਹੈ ਤੇ ਉਸ ਦਾ ਨਾਮ ਪੂਰਾ ਹੈ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ। ਉਹ ਆਪ ਵੀ ਪੂਰਾ ਹੈ ਤੇ ਉਹਦਾ ਨਾਮ ਤੇ ਉਹਦਾ ਨਾਮਣਾ, ਉਹਦੀ ਵਡਿਆਈ ਉਹ ਵੀ ਪੂਰੀ ਹੈ। ਉਹਨੂੰ ਜਪਣਾ ਹੈ। ਨਾਮ ਕੋਈ ਹੋਵੇ, ਸ਼ਬਦ ਕੋਈ ਹੋਵੇ, ਉਹਦੇ ਨਾਲ ਫਰਕ ਨਹੀਂ ਪੈਂਦਾ। ਚਾਹੇ ਤੁਸੀਂ ਰਾਮ ਆਖ ਕੇ ਜਪੋ, ਪਰ ਰਾਮ ਉਸ ਨੂੰ ਜਪੋ ਜਿਹੜਾ ਰਮਿਆ ਹੋਇਆ ਕਨ ਕਨ ਵਿੱਚ। ਗੋਬਿੰਦ ਜਪੋ, ਕ੍ਰਿਸ਼ਨ ਜੀ ਨੂੰ ਗੋਬਿੰਦ ਕਹਿੰਦੇ ਸਨ। ਗੋਬਿੰਦ ਜਪੋ, ਪਰ ਗੋਬਿੰਦ ਉਸ ਨੂੰ ਜਪੋ ਜਿਹੜਾ ਧਰਤੀ ਦੇ ਸਮੁੱਚੇ ਜੀਵਾਂ ਦੀ ਪਾਲਣਾ ਕਰਨ ਵਾਲਾ ਹੈ। ਉਸ ਨੂੰ ਜਪਣਾ ਹੈ। ਜਪੋ ਤਾਂ ਇੱਕੋ ਨਾਮਾ। ਅੱਗੇ ਆਖਿਆ ਅਵਰ ਨਿਰਾਫਲ ਕੰਮ। ਜਿੰਨੇ ਹੋਰ ਤੁਸੀਂ ਕੰਮ ਕਰਦੇ ਹੋ ਨਾ ਪਰਮਾਤਮਾ ਦੀ ਪ੍ਰਾਪਤੀ ਵਾਸਤੇ, ਵੇਖੋ ਇਹ ਸ਼ਬਦ ਵਿੱਚ ਨਾ ਪਰਮਾਤਮਾ ਦੀ ਪ੍ਰਾਪਤੀ ਦੀ ਗੱਲ ਹੋ ਰਹੀ ਹੈ। ਤੇ ਉਹਦੇ 'ਚ ਉਹਨਾਂ ਨੇ 2 ਉਦਾਹਰਨਾਂ ਵੀ ਲਈਆਂ। ਆਪਾਂ ਅਗਲੀ ਕਥਾ ਵਿੱਚ, ਹੁਣ ਤੇ ਸਮਾਂ ਨਹੀਂ ਹੈਗਾ, ਆਪਾਂ ਅਗਲੀ ਕਥਾ ਜਦੋਂ ਕਰਾਂਗੇ ਨਾ ਉਹਦੇ ਵਿੱਚ ਆਪਾਂ ਸਮਝਾਂਗੇ 2 ਉਦਾਹਰਨਾਂ ਜਿਹੜੀਆਂ ਗੁਰੂ ਨਾਨਕ ਸਾਹਿਬ ਨੇ ਸ਼ਬਦ ਵਿੱਚ ਲਈਆਂ ਨੇ ਉਹ ਬੜੀਆਂ ਹੀ ਕਮਾਲ ਦੀਆਂ ਨੇ। ਇੱਕ ਉਦਾਹਰਨ ਨੇ ਦੁੱਧ ਨੂੰ ਰਿੜਕਣ ਦੀ, ਉਹਦੇ 'ਚੋਂ ਮੱਖਣ ਕਿਵੇਂ ਕੱਢਣਾ ਹੈ। ਤੇ ਇੱਕ ਉਦਾਹਰਨ ਨੇ ਕਿਸੇ ਮੂਰਤੀ ਨੂੰ ਉਹਦੀ ਪੂਜਾ ਕਿਵੇਂ ਕਰਨੀ, ਉਹਨੂੰ ਨਵਾ ਧਵਾ ਕੇ ਡੱਬੇ 'ਚ ਕਿਵੇਂ ਰੱਖਣਾ। ਸੋ ਇਹਨਾਂ 2 ਉਦਾਹਰਨਾਂ ਤੇ ਆਪਾਂ ਨਾ ਫਿਰ ਅਗਲੀ ਵਾਰੀ ਗੱਲ ਕਰਾਂਗੇ। ਹੁਣ ਇੰਨੀ ਸਮਝ ਕਰ ਲਈਏ ਕਿ ਅਵਰ ਨਿਰਾਫਲ ਕੰਮ ਆ। ਇਸ ਪ੍ਰਭੂ ਦੀ ਪ੍ਰਾਪਤੀ ਵਾਸਤੇ ਜਾਂ ਆਪਣੀ ਸੁਰਤ ਨੂੰ ਰੱਬ ਜੀ ਨਾਲ ਜੋੜਨ ਵਾਸਤੇ ਜਾਂ ਆਪਣੇ ਮਨ ਨੂੰ ਨਿਰਵਿਚਾਰ ਕਰਨ ਵਾਸਤੇ ਜਿੰਨੇ ਹੋਰ ਕੰਮ ਅਸੀਂ ਕਰਦੇ ਹਾਂ ਉਹ ਨਿਰਾਫਲ ਨੇ। ਉਹ ਨਿਰਾਫਲ ਕਿਵੇਂ ਨੇ? ਵੇਖੋ, ਜਿੰਨੇ ਵੀ ਸਾਧਨ ਨੇ ਨਾ ਦੁਨੀਆ ਵਿੱਚ ਰੱਬ ਜੀ ਨਾਲ ਸੁਰਤ ਜੋੜਨ ਦੇ, ਕਿਸੇ ਨਾ ਕਿਸੇ ਹੱਦ ਤੱਕ ਉਹ ਠੀਕ ਨੇ। ਲੇਕਿਨ ਜਿਹੜੀ ਪ੍ਰਭੂ ਦੇ ਨਾਮ ਸਿਮਰਨ ਵਾਲੀ ਸਾਧਨਾ ਹੈ, ਜਿਹੜਾ ਇਹ ਢੰਗ ਤਰੀਕਾ, ਇਹ ਬੜਾ ਹੀ ਠੀਕ ਹੈ। ਇਹ ਪੂਰਨ ਤੌਰ ਤੇ ਠੀਕ ਹੈ। ਕਿਉਂ ਭਲਾ? ਜੇ ਤੁਸੀਂ ਯੋਗ ਸਾਧਨਾ ਦੀ ਗੱਲ ਕਰੋ, ਉਹਨਾਂ ਦੇ 84 ਆਸਨ ਨੇ ਜੀ, ਉਹ ਵੱਡੀ ਉਮਰ 'ਚ ਨਹੀਂ ਲਾਏ ਜਾ ਸਕਦੇ, ਬਚਪਨੇ 'ਚ ਲੱਗ ਜਾਂਦੇ ਨੇ।
ਜੇ ਹੁਣ ਤੁਸੀਂ ਮੇਰੇ ਵਰਗੇ ਕਿਸੇ ਬਜ਼ੁਰਗ ਆਦਮੀ ਨੂੰ ਆਖੋ 60-70 ਸਾਲਾਂ ਦਾ ਹੋਵੇ ਤੇ ਉਹਨੂੰ ਆਖੋ ਤੂੰ ਇਹ ਫਲਾਣਾ ਫਲਾਣਾ ਪਦਮ ਆਸਣ ਹੀ ਚਲੋ ਆਖ ਲਓ ਵੀ ਤੂੰ ਪਦਮ ਆਸਣ ਲਾ ਕੇ ਵਿਖਾ, ਮੈਨੂੰ ਨਹੀਂ ਲੱਗਦਾ ਆਪਣੇ ਸਾਰਿਆਂ ਵਿੱਚੋਂ ਇੱਕ ਦੋ ਬੰਦਿਆਂ ਨੂੰ ਛੱਡ ਕੇ ਕੋਈ ਲਾ ਲਏਗਾ। ਕਿਸੇ ਤੋਂ ਵੀ ਨਹੀਂ ਲੱਗਣਾ ਪਦਮ ਆਸਣ, ਉਹ ਬੜਾ ਆਸਾਨ ਹੈ, ਉਹ ਵੀ ਨਹੀਂ ਲੱਗਣਾ। ਇਸ ਲਈ ਗੁਰੂ ਸਾਹਿਬ ਆਖਦੇ ਨੇ ਅਵਰ ਨਿਰਾਫਲ ਕੰਮ। ਤੇ ਕਿਸੇ ਬਜ਼ੁਰਗ ਨੂੰ ਆਖੋ ਤੂੰ ਵਾਹਿਗੁਰੂ ਵਾਹਿਗੁਰੂ ਕਹਿੰਦਾ ਰਹੇ, ਭਾਵੇਂ ਤੂੰ ਮੰਜੀ ਤੇ ਲੰਮਾ ਪਿਆ ਰਹੇ, ਉਹ ਕਹਿ ਪਾਏਗਾ। ਇਸ ਲਈ ਜਿਹੜਾ ਨਾਮ ਜਪ ਦਾ ਢੰਗ ਹੈ ਨਾ ਜੀ, ਜਿਹੜਾ ਇਹ ਰਸਤਾ ਹੈ, ਇਹ ਜਿਹੜਾ ਮਾਰਗ ਹੈ, ਇਹ ਸਭ ਤੋਂ ਆਸਾਨ ਹੈ ਤੇ ਸਭ ਤੋਂ ਵਧੇਰੇ ਕਾਰਗਰ ਹੈ। ਨਾਮ ਜਪ ਵਾਲਾ ਜਿਹੜਾ ਰਸਤਾ ਹੈ। ਆਪਾਂ ਪਿੱਛੇ ਜੇ ਇੱਕ ਵਾਰੀ ਗੱਲ ਕੀਤੀ ਸੀ ਕਿ ਜਪ ਦੀਆਂ ਅੱਗੇ ਫਿਰ ਅਵਸਥਾਵਾਂ ਬਣਨੀਆਂ ਸ਼ੁਰੂ ਹੁੰਦੀਆਂ ਨੇ। ਜਪ ਜਪਾਂਗੇ ਤੇ ਸਿਮਰਨ ਹੋਏਗਾ, ਸਿਮਰਨ ਹੋਏਗਾ ਤੇ ਧਿਆਨ ਬਣੇਗਾ, ਧਿਆਨ ਬਣੇਗਾ ਤੇ ਸਮਾਧੀ ਵਾਲੇ ਪਾਸੇ ਨੂੰ ਤੁਰਾਂਗੇ। ਸੋ ਅੱਜ ਮੈਂ ਇੱਥੇ ਹੀ ਸਮਾਪਤੀ ਕਰਦਾ ਜੀ, ਸਮਾਂ ਹੋ ਗਿਆ ਹੈ। ਅੱਜ ਤੁਸੀਂ ਇਸ ਗੱਲ ਨੂੰ ਧਿਆਨ ਵਿੱਚ ਰੱਖਣਾ। ਆਪਾਂ ਗੱਲ ਸ਼ੁਰੂ ਇੱਥੋਂ ਕੀਤੀ ਸੀ ਕਿ ਮਨ ਲਾ ਕੇ ਸੁਣਨਾ, ਜੋ ਵੀ, ਚਾਹੇ ਕੀਰਤਨ ਸੁਣੋ, ਕਥਾ ਸੁਣੋ, ਪਾਠ ਸੁਣੋ, ਮਨ ਲਾ ਕੇ ਸੁਣੋ। ਇੱਥੋਂ ਗੱਲ ਸ਼ੁਰੂ ਹੋਈ ਸੀ, ਮਨ ਲਾ ਕੇ ਸੁਣਨਾ ਹੈ, ਤੇ ਗੱਲ ਅੱਜ ਆਪਾਂ ਇੱਥੇ ਖਤਮ ਕੀਤੀ ਹੈ। ਜਪੋ ਤਾਂ ਏਕੋ ਨਾਮਾ, ਇਸ ਨੂੰ ਵੀ ਮਨ ਲਾ ਕੇ ਹੀ ਜਪਣਾ। ਅਵਰ ਨਿਰਾਫਲ ਕੰਮ। ਜਿੰਨੇ ਹੋਰ ਕੰਮ ਨੇ, ਜਿੰਨੀਆਂ ਹੋਰ ਸਾਧਨਾਵਾਂ ਨੇ, ਉਹ ਨਾਮ ਦੇ ਬਰਾਬਰ ਨਹੀਂ ਪਹੁੰਚਦੀਆਂ। ਸੋ ਆਪਾਂ ਸਾਰੇ ਭਾਈ ਗੁਰਮੁਖੋ ਪ੍ਰਭੂ ਦੀ ਭਗਤੀ ਵਿੱਚ ਆਪਣਾ ਮਨ ਲਾਈਏ। ਗੁਰੂ ਘਰ ਵਿੱਚ ਆਉਨੇ ਆ, ਇੱਥੋਂ ਕੁਝ ਸਿੱਖ ਕੇ ਜਾਇਆ ਕਰੀਏ। ਗੁਰੂ ਜੀ ਕੋਲੋਂ, ਮੇਰੇ ਕੋਲੋਂ ਨਹੀਂ, ਗੁਰੂ ਜੀ ਕੋਲੋਂ। ਗੁਰੂ ਜੀ ਸਾਨੂੰ ਜਦੋਂ ਸ਼ਬਦ ਹੁਣ ਭਾਈ ਸਾਹਿਬ ਜੀ ਨੇ ਗਾਉਣੇ ਨੇ, ਤੇ ਆਪਾਂ ਇਸ ਤਰ੍ਹਾਂ ਨਹੀਂ ਸੋਚਣਾ, ਧਿਆਨ ਵਿੱਚ ਹੀ ਇਹ ਗੱਲ ਨਹੀਂ ਲਿਆਉਣੀ ਕਿ ਭਾਈ ਰਾਏ ਸਾਹਿਬ ਗਾ ਰਹੇ ਨੇ, ਭਾਈ ਰਾਏ ਸਿੰਘ ਗਾ ਰਹੇ ਨੇ। ਧਿਆਨ ਵਿੱਚ ਇਹ ਲਿਆਉਣਾ ਕਿ ਗੁਰੂ ਜੀ ਗਾ ਰਹੇ ਨੇ, ਇਹ ਗੁਰੂ ਜੀ ਦੇ ਬੋਲ ਨੇ, ਉਹਨਾਂ ਰਾਹੀਂ ਸਾਡੇ ਤੱਕ ਪਹੁੰਚ ਰਹੇ ਨੇ। ਜਦੋਂ ਅਸੀਂ ਇਸ ਤਰ੍ਹਾਂ ਸਮਝਣਾ ਸ਼ੁਰੂ ਕਰ ਦਿੱਤਾ, ਫਿਰ ਤੁਸੀਂ ਵੇਖੋਗੇ ਕਿ ਮਨ ਦਾ ਟਿਕਾਅ ਬਣਨਾ ਸ਼ੁਰੂ ਹੋ ਜਾਣਾ। ਮਨ ਨੇ ਨਿਰਵਿਚਾਰ ਹੋਣਾ ਸ਼ੁਰੂ ਹੋ ਜਾਣਾ। ਬਸ ਜਿਵੇਂ ਜਿਵੇਂ ਨਿਰਵਿਚਾਰ ਹੋਇਆ, ਤਿਵੇਂ ਤਿਵੇਂ ਅਸੀਂ ਭਗਤੀ ਮਾਰਗ ਤੇ ਅੱਗੇ ਵਧਣਾ ਸ਼ੁਰੂ ਹੋ ਜਾਵਾਂਗੇ। ਇੰਨੇ ਕੁ ਬਚਨ ਅੱਜ ਤੁਸੀਂ ਪ੍ਰਵਾਨ ਕਰਨਾ ਜੀ। ਬੇਅੰਤ ਪ੍ਰਕਾਰ ਦੀਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।